ਐਜ਼ ਏ ਮੇਅਰ ਤੁਹਾਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ? ਦੇਖੋ, ਜਦੋਂ ਇਹ ਬਹੁਤ ਵੱਡਾ ਸ਼ਹਿਰ ਆ ਔਰ ਇਹਦੇ ਵਿੱਚ ਰੋਜ਼ ਕੋਈ ਨਾ ਕੋਈ ਚੁਣੌਤੀਆਂ ਹੁੰਦੀਆਂ ਨੇ, ਔਰ ਇਹ ਕੋਈ ਇਦਾਂ ਦੀ ਗੱਲ ਨਹੀਂ ਕਿ ਇੱਕ ਦਿਨ ਚੁਣੌਤੀ ਹੈ, ਇਹ ਰੋਜ਼ ਨਵੀਂ ਚੁਣੌਤੀ ਹੁੰਦੀ ਹੈ। ਔਰ ਜਿੱਦਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਫੇਸ ਕਰਦੇ ਹਾਂ, ਔਰ ਉਹਨਾਂ ਦੇ ਵਿੱਚੋਂ ਹਮੇਸ਼ਾ ਹੀ ਉੱਭਰ ਕੇ ਬਾਹਰ ਨਿਕਲੇ ਹਾਂ, ਔਰ ਲੋਕਾਂ ਦੀ ਜਿੱਥੋਂ ਤੱਕ ਸਾਡੇ ਕੋਲ ਹੋ ਸਕੀ ਆ ਬੜੀ ਇਮਾਨਦਾਰੀ ਨਾਲ, ਤਨਦੇਹੀ ਦੇ ਨਾਲ ਇੱਕ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਰਪੋਰੇਸ਼ਨ ਵਾਟਰ ਵਰਕਸ਼ਾਪ ਦੇ ਵਿੱਚ ਤੁਹਾਡੇ ਤੇ ਕਾਫੀ ਆਰੋਪ ਲੱਗਦੇ ਨੇ ਵੀ ਤੁਸੀਂ ਕੰਡਮ ਜਿਹੜੇ ਉਹ ਚੰਗੀਆਂ ਭਲੀਆਂ ਗੱਡੀਆਂ ਉਹਨਾਂ ਨੂੰ ਕੰਡਮ ਕਰਕੇ ਵੇਚਣ ਦੀ ਤਿਆਰੀ ਕਰ ਰਹੇ ਹੋ, ਇੱਕ ਤੇ ਦੂਸਰਾ ਤੁਸੀਂ ਕਈ ਜਗ੍ਹਾ ਜਿਹੜੀਆਂ ਐਸੀਆਂ ਥਾਵਾਂ 'ਤੇ ਕਬਜ਼ਾ ਕੀਤਾ ਹੋਇਆ। ਇਹ ਕਿਹੜੀ ਥਾਂ ਤੇ ਕਬਜ਼ਾ? ਕਹਿੰਦੇ ਜੀ ਪਨੋਰਮਾ ਤੁਹਾਡੇ ਕੋਲ, ਉਹ 1 ਨੰਬਰ ਕੋਠੀ ਉਹ ਵੀ ਤੁਹਾਡੇ ਕੋਲ, ਕਈ ਆਫਿਸਿਸ ਤੁਹਾਡੇ ਕੋਲ। 19 ਤੋਂ 20 ਵਹੀਕਲ ਜਿਹੜੇ ਚੱਲ ਰਹੇ 1000 ਲੀਟਰ ਡੀਜ਼ਲ ਇੱਕ ਦਿਨ ਦਾ ਕੰਜ਼ਿਊਮ ਕਰ ਰਹੇ ਸੀ, ਜਿਹੜਾ ਕਿਤੇ ਵੀ ਕੰਮ ਨਹੀਂ ਕਰ ਰਹੇ। ਮੈਂ ਕਹਿਣ ਨੂੰ ਇਹ ਤਿਆਰ ਹਾਂ ਕਿ ਜਿਨ੍ਹਾਂ ਦਾ ਕੋਈ ਕੰਮ ਨਹੀਂ, ਫਾਲਤੂ ਬੜੇ ਸਿੱਧੇ ਤੌਰ ਤੇ ਉਹ ਚੋਰੀ ਹੋ ਰਹੀ ਸੀਗੀ। ਔਰ ਉਹ ਜਿਹੜੇ ਅਫਸਰ ਵੀ ਉਹਦੀ ਕੋਈ ਇਨਕੁਆਇਰੀ ਕਰਦੇ ਸੀ ਉਹਨਾਂ ਦੇ ਉੱਤੇ ਬਹੁਤ ਸਾਰੇ ਇੱਦਾਂ ਦੇ ਐਲੀਗੇਸ਼ਨ ਲਾ ਕੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀਆਂ ਕਰਕੇ ਉਹਨਾਂ ਨੂੰ ਕੀਤਾ ਜਾਂਦਾ ਸੀ। ਬੜਾ ਓਪਨਲੀ ਕਹਾਂਗਾ ਕਿ ਮੈਨੂੰ ਕੋਈ ਵੀ ਰਿਸਪੌਂਸਿਬਿਲਟੀ ਲੈਣ 'ਚ ਕੋਈ ਹਰਜ ਨਹੀਂ ਗਾ। ਮੈਂ ਕਾਰਪੋਰੇਸ਼ਨ ਦਾ ਹੈੱਡ ਹਾਂ। ਜੇ ਮੇਰੇ ਅਫਸਰਾਂ 'ਤੇ ਜਾਂ ਮੇਰੇ ਹੋਰ ਕੌਂਸਲਰ ਸਾਥੀਆਂ 'ਤੇ ਐਵੇਂ ਵਾਹਿਯਾਤ ਕੋਈ ਕਿਸੇ ਕਿਸਮ ਦੇ ਕਦੀ ਨਾਅਰੇਬਾਜ਼ੀ, ਕਦੇ ਇਲਜ਼ਾਮ ਲੱਗਦੇ ਨੇ, ਤੇ ਉਹ ਸਾਰੇ ਜਿਹੜੇ ਰਿਫਾਰਮਸ ਲਿਆਉਣੇ ਨੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲਵਾਂਗਾ। ਜੋ ਵੀ ਨਗਰ ਮੈਨੂੰ ਉਹਦਾ ਕੋਈ बैकलैश ਜਾਂ ਕੋਈ ਵੀ ਉਹਦਾ ਭੁਗਤਣਾ पड़ेगा, मैं भुगतने लिए तैयार है। D4 न्यूज़ देख रहे तमाम दोस्तों को दीपक भंडारी का नमस्कार। आज हम बात करें तो हमारे साथ हैं अमृतसर के मेयर करमजीत सिंह रिंटू। आज ही के दिन 3 साल पहले 23 जनवरी 2018 को इन्होंने बतौर अमृतसर के मेयर की नगर निगम में शपथ ली थी। तब एक क्या विजन लेकर आए थे, 3 साल इनके लिए कितना चुनौतियों भरा रहा, इनकी क्या उपलब्धियां रही, आज हम इनसे बात करेंगे। वह क्या काम है जो कर सके हैं। हमारे साथ हैं अमृतसर के मेयर करमजीत सिंह रिंटू। सत श्री अकाल मेयर साहब। सत श्री अकाल जी। मेयर साहब, पहले तो साढ़े वालों ਤੁਹਾਨੂੰ बहुत बहुत ਵਧਾਈਆਂ ਜੀ। ਅੱਜ ਤੁਸੀਂ 3 ਸਾਲ ਆਪਣੇ ਐਜ਼ ਏ ਮੇਅਰ ਕੰਪਲੀਟ ਕਰ ਲਏ हैं। ਜਲ ਥੈਂਕ ਯੂ ਵੈਰੀ ਮਚ ਜੀ। ਅੱਛਾ ਮੇयर साहब, ਜੇ ਗੱਲ ਕੀਤੀ ਜਾਵੇ 3 ਸਾਲਾਂ 'ਚ ਐਜ਼ ਏ ਮੇਅਰ ਤੁਹਾਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ? ਦੇਖੋ, ਜਦੋਂ ਇਹ ਬਹੁਤ ਵੱਡਾ ਸ਼ਹਿਰ ਆ ਔਰ ਇਹਦੇ ਵਿੱਚ ਰੋਜ਼ ਕੋਈ ਨਾ ਕੋਈ ਚੁਣੌਤੀਆਂ ਹੁੰਦੀਆਂ ਨੇ, ਔਰ ਇਹ ਕੋਈ ਇਦਾਂ ਦੀ ਗੱਲ ਨਹੀਂ ਕਿ ਇੱਕ ਦਿਨ ਚੁਣੌਤੀ ਹੈ, ਇਹ ਰੋਜ਼ ਨਵੀਂ ਚੁਣੌਤੀ ਹੁੰਦੀ ਹੈ। ਔਰ ਜਿੱਦਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਫੇਸ ਕਰਦੇ ਹਾਂ, ਔਰ ਉਹਨਾਂ ਦੇ ਵਿੱਚੋਂ ਹਮੇਸ਼ਾ ਹੀ ਉੱਭਰ ਕੇ ਬਾਹਰ ਨਿਕਲੇ ਹਾਂ, ਔਰ ਲੋਕਾਂ ਦੀ ਜਿੱਥੋਂ ਤੱਕ ਸਾਡੇ ਕੋਲ ਹੋ ਸਕੀ ਆ ਬੜੀ ਇਮਾਨਦਾਰੀ ਨਾਲ, ਤਨਦੇਹੀ ਦੇ ਨਾਲ ਇੱਕ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਮੇयर साहब, ਹਰ ਜਦੋਂ ਤੁਸੀਂ ਦੇਖੋ ਮੇਅਰ ਬਣੇ ਹੋਣੇ ਹੋ ਤੇ ਇੱਕ ਵਿਜ਼ਨ ਹੁੰਦਾ ਹਰ ਇੱਕ ਨੇਤਾ ਦਾ ਵੀ, ਕਿਉਂਕਿ ਤੁਸੀਂ ਇੱਕ ਕਹਿ ਲਈ ਕਿ ਰਾਜਨੀਤੀ ਦਾ ਆਪਣਾ ਪਹਿਲਾ ਪੜਾਵ ਜਿਹੜਾ ਉਹ ਅਜੇ ਮੁਕੰਮਲ ਕੀਤਾ, ਅੱਗੇ ਤੁਸੀਂ ਬਹੁਤ ਰਾਜਨੀਤੀ ਕਰਨੀ ਹੈ। ਉਹ ਵਿਜ਼ਨ ਲੈ ਕੇ ਆਏ ਸੀ, ਜਿਹੜਾ ਉਹ ਵਿਜ਼ਨ ਨੂੰ ਕਿੱਥੇ ਤੱਕ ਤੁਸੀਂ ਕੰਪਲੀਟ ਕਰ ਪਾ ਰਹੇ ਹੋ? ਦੇਖੋ, ਤੇ ਕਿਆ ਵਿਜ਼ਨ ਲੈ ਕੇ ਆਏ ਸੀ ਤੁਸੀਂ, ਥੋੜਾ ਦੱਸਿਓ। ਦੇਖੋ, ਵਿਜ਼ਨ ਇਹ ਲੈ ਕੇ ਆਏ ਸੀਗੇ ਕਿ ਸਭ ਤੋਂ ਪਹਿਲੀ ਗੱਲ ਤੇ ਆ ਕਿ ਅਸੀਂ ਪਹਿਲੀ ਗੱਲ ਤੇ ਇਹ ਸੀਗੀ ਕਿ ਜਿਹੜੇ ਲੋਕ ਸੋਚਿਆ ਸੀਗਾ ਕਿ ਅਜੇ ਜਿਨ੍ਹਾਂ ਨੂੰ ਮੂਲਭੂਤ ਸੁਵਿਧਾਵਾਂ ਹੀ ਨਹੀਂ ਮਿਲ ਰਹੀਆਂ, ਕਿਸੇ ਦੇ ਘਰ 'ਚ ਅਜੇ ਤੱਕ ਪਾਣੀ ਨਹੀਂ ਪਹੁੰਚਿਆ, ਕਿਤੇ ਸੀਵਰੇਜ ਨਹੀਂ ਹੈਗਾ, ਕਿਤੇ ਸੜਕਾਂ ਨਹੀਂ ਹੈਗੀਆਂ, ਕਿਤੇ ਸਟਰੀਟ ਲਾਈਟ ਦੀ ਪ੍ਰੋਬਲਮ ਆ, ਫਿਰ ਉਸ ਤੋਂ ਬਾਅਦ ਸਾਡੀ ਗ੍ਰੀਨਰੀ ਦੀ ਜਿਹੜੇ ਪਾਰਕਸ ਨੇ, ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਸੀ ਜਾਂ ਜਿਹੜੇ ਅਧੂਰੀਆਂ ਸੀ ਜਿੱਥੇ ਫੈਸਿਲਿਟੀਜ਼ ਨਹੀਂ ਸੀਗੀਆਂ। ਪਹਿਲਾਂ ਤਾਂ ਸਾਡਾ ਇਹੀ ਵਿਜ਼ਨ ਸੀਗਾ ਕਿ ਪਹਿਲਾਂ ਅਸੀਂ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਉਹ ਸਾਰੀਆਂ ਪੂਰੀਆਂ ਕਰੀਏ। ਉਸ ਤੋਂ ਬਾਅਦ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਜਿਹੜੇ ਆਪਣੇ ਸ਼ਹਿਰ ਵਾਸਤੇ ਕੋਈ ਇੱਦਾਂ ਦੇ ਕਾਸਮੈਟਿਕ ਜਿਹੜੀਆਂ ਚੇਂਜਸ ਲਿਆਉਣੀਆਂ ਨੇ ਜਿਹਦੇ ਨਾਲ ਸਾਡੇ ਸ਼ਹਿਰ ਦੀ ਸੁੰਦਰਤਾ ਵਧੇ, ਸਮਾਜ ਦੇ ਵਿੱਚ ਕੋਈ ਚੰਗੀਆਂ ਚੀਜ਼ਾਂ ਸਥਾਪਿਤ ਕੀਤੀਆਂ ਜਾਣ, ਕੋਈ ਚੰਗੀਆਂ ਪੈੜਾਂ ਪਾਈਆਂ ਜਾਣ ਜਿਹਦੇ ਨਾਲ ਜਿਹੜਾ ਸਮਾਜ ਦੇ ਵਿੱਚ ਇੱਕ ਚੰਗੀਆਂ ਰੀਤਾਂ ਹੋਣ, ਉਹ ਸਾਰੀਆਂ ਦੇ ਉੱਤੇ ਅਸੀਂ 3 ਸਾਲਾਂ 'ਚ ਕੰਮ ਕੀਤਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਹ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਹੈ, ਔਰ ਇਹਦੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਦੀ ਜਿਹੜੀ ਸਾਨੂੰ ਸੇਵਾ ਮਿਲੀ ਆ, ਮੈਨੂੰ ਬਤੌਰ ਮੇਅਰ ਔਰ ਸਾਡੇ 85 ਕਾਉਂਸਲਰਸ ਨੂੰ ਅਸੀਂ ਬੜੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ। ਔਰ ਅਸੀਂ ਸਾਰੀਆਂ ਚੁਣੌਤੀਆਂ 'ਚੋਂ ਨਿਕਲ ਕੇ ਜੋ ਲੋਕਾਂ ਨੇ ਸਾਡੇ ਤੇ ਆਸਾਂ ਲਾਈਆਂ ਸੀ ਅਸੀਂ ਅੱਜ ਪੂਰੀਆਂ ਕੀਤੀਆਂ। ਤੇ ਅੱਛਾ ਵੈਸੇ ਜਿਵੇਂ ਤੁਸੀਂ ਕਿਹਾ ਜੀ ਵੀ ਮੂਲਭੂਤ ਸੁਵਿਧਾਵਾਂ, ਕਿਤੇ ਪਾਣੀ ਨਹੀਂ ਸੀ, ਕਿਤੇ ਸੜਕਾਂ ਜਾਂ ਨਾਲੀਆਂ ਨਹੀਂ ਸੀ, ਕਿਤੇ ਸੀਵਰੇਜ ਨਹੀਂ ਸੀ। ਅਸੀਂ ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਲਗਭਗ 70 ਸਾਲ ਹੋ ਗਏ ਹੈ, ਹਜੇ ਤੱਕ ਅਸੀਂ ਨਾਲੀਆਂ, ਗਲੀਆਂ ਜਾਂ ਸੀਵਰੇਜ ਸਿਸਟਮ ਤੋਂ ਹੀ ਉੱਪਰ ਨਹੀਂ ਵੱਧ ਪਾਏ। ਇਹਦੇ ਲਈ ਕੌਣ ਜ਼ਿੰਮੇਦਾਰ ਹੈ? ਇਹਦੇ ਲਈ ਜਿਹੜਾ ਸਾਡਾ ਇੱਕ ਸਿਨੈਰੀਓ ਇੱਦਾਂ ਦਾ ਉਹ ਸਾਨੂੰ ਸਮਝਣਾ ਪਏਗਾ ਕਿ ਇੱਕ ਤਾਂ ਪਾਪੂਲੇਸ਼ਨ ਜਿਹੜੀ ਸਾਡੀ ਬੜੀ ਵੱਡੀ ਇੱਕ ਸਾਡੇ ਵਾਸਤੇ ਚੁਣੌਤੀ ਆ। ਸਾਡੇ ਜੋ ਮੁਲਕ ਦੀ ਇਸ ਵੇਲੇ
ਜਾਂ ਜਿਹੜੀ ਪਾਪੂਲੇਸ਼ਨ ਹੈ ਇੱਕ ਬਿਗ ਫੈਕਟਰ ਆ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਵੱਡੀ ਹਰਡਲ ਸਥਾਪਿਤ ਹੁੰਦੀ ਆ। ਅਸੀਂ ਜਿੰਨੇ ਕਿ ਇਨਫਰਾਸਟ੍ਰਕਚਰ ਦੀ ਸਾਨੂੰ ਲੋੜ ਹੁੰਦੀ ਹੈ ਜਦੋਂ ਅਸੀਂ ਉਹ ਕੰਪਲੀਟ ਕਰ ਲੈਂਦੇ ਹਾਂ ਫਿਰ 10-15% ਅੱਗੇ ਉਹਦੀ ਰਿਕੁਆਇਰਮੈਂਟ ਆ ਜਾਂਦੀ ਹੈ। ਸੋ ਇਹ ਔਨਗੋਇੰਗ ਪ੍ਰੋਸੈਸ ਇਹ ਚੱਲਦਾ ਰਹੇਗਾ ਔਰ ਮੈਨੂੰ ਖੁਸ਼ੀ ਹੈ ਅੱਜ ਮੈਂ ਤੁਹਾਡੇ ਮਾਧਿਅਮ ਨਾਲ ਇਹੀ ਦੱਸਣਾ ਚਾਹੁੰਦਾ ਕਿ ਤੁਸੀਂ ਇੱਥੇ ਵੇਖਦੇ ਰਹੇ ਹੋ, ਮੈਂ ਵੀ ਵੇਖਦਾ ਰਿਹਾ ਕਿ ਇਸ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਭਾਰੀ ਕਮੀ ਹੁੰਦੀ ਸੀ। ਹਰ ਗਰਮੀਆਂ ਦੇ ਵਿੱਚ ਇੱਥੇ ਲੋਕੀ ਬਾਲਟੀਆਂ ਲੈ ਕੇ ਪ੍ਰਦਰਸ਼ਨ ਕਰਦੇ ਹੁੰਦੇ ਸੀ ਨਗਰ ਨਿਗਮ ਦੇ ਖਿਲਾਫ। ਅੱਜ ਸਾਨੂੰ ਉਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਆ ਰਹੀ ਸੀ ਉਹ ਅਸੀਂ ਸਾਰੇ ਸ਼ਹਿਰ ਚੋਂ ਦੂਰ ਕਰ ਲਈ ਹੈ। ਅੱਛਾ ਮੈਂ ਇੱਕ ਇਹ ਬੜੇ ਆਰੋਪ ਲੱਗਦੇ ਜੀ ਇੱਥੇ ਕੈਬਨਿਟ ਮੰਤਰੀ ਨੇ ਅਨਿਲ ਜੋਸ਼ੀ ਵੀ ਅਸੀਂ ਬਹੁਤ ਸਾਰੀ ਡਿਵੈਲਪਮੈਂਟ ਕਰਾਈ, ਵੀ ਜਿੰਨੀ ਡਿਵੈਲਪਮੈਂਟ ਅਸੀਂ ਕਰਾਈ ਸੀ ਇਹ ਉਹਨੂੰ ਮੇਨਟੇਨ ਨਹੀਂ ਕਰ ਪਾਏ। ਜਿਵੇਂ ਹੈਰੀਟੇਜ ਸਟਰੀਟ ਦੀ ਅਸੀਂ ਗੱਲ ਕਰ ਲਈਏ, ਉੱਥੇ ਵੀ ਕਾਫੀ ਵਾਰੀ ਉਹਦੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਉਹਦੀ ਮੇਨਟੇਨੈਂਸ ਹੀ ਨਹੀਂ ਹੋ ਪਾ ਰਹੀ। ਨਹੀਂ ਕੋਈ ਇੱਦਾਂ ਦੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਉਹ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਉਹਦਾ ਜੁਮਾ ਉਹਦੀ ਸਾਫ਼ ਸਫਾਈ ਦਾ ਜਾਂ ਉਹਦੀ ਜਿਹੜੀ ਮੇਨਟੇਨੈਂਸ ਦਾ ਉਹਨਾਂ ਦੇ ਕੋਲ ਹੈ, ਨਗਰ ਨਿਗਮ ਦੇ ਕੋਲ ਹੈ ਨਹੀਂ। ਪਰ ਕੋਈ ਇੱਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਕਿ ਉੱਥੇ ਕੋਈ ਬਹੁਤ ਉਹਦੀ ਵੇਅਰ ਟੇਅਰ ਨਹੀਂ ਹੋ ਰਹੀ। ਅਸੀਂ ਕਾਰਪੋਰੇਸ਼ਨ ਵੱਲੋਂ ਵੀ ਉੱਥੇ ਲਗਾਤਾਰ ਰਾਊਂਡ ਦਾ ਕਲੌਕ ਸਫਾਈ ਕੀਤੀ ਜਾਂਦੀ ਆ, ਅਸੀਂ ਆਪ ਵੀ ਚੱਕਰ ਲਾਉਂਦੇ ਰਹਿੰਦੇ ਹਾਂ। ਬਾਕੀ ਜਿੱਥੋਂ ਤੱਕ ਆਪੋਜੀਸ਼ਨ ਦੀ ਗੱਲ ਹੁੰਦੀ ਹੈ, ਆਪੋਜੀਸ਼ਨ ਨੇ ਬੜਾ ਕੁਝ ਬੋਲਣਾ ਹੁੰਦਾ, ਉਹ ਵੀ ਬੋਲਦੇ ਆ, ਅਸੀਂ ਵੀ ਬੋਲਦੇ ਰਹੇ ਹਾਂ, ਉਹਨਾਂ ਦਾ ਹੱਕ ਹੈ। ਪਰ ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਇੱਕ ਜਿਹੜੀ ਹੈਲਥੀ ਆਪੋਜੀਸ਼ਨ ਹੈ ਉਹ ਹਮੇਸ਼ਾ ਕਰਨੀ ਚਾਹੀਦੀ ਹੈ। ਐਵੇਂ ਸੇਕ ਆਫ ਆਪੋਜੀਸ਼ਨ ਕੋਈ ਨਾ ਕੋਈ ਬੋਲਣਾ, ਉਹਨਾਂ ਗੱਲਾਂ ਦਾ ਕੋਈ ਸੈਂਸ ਨਹੀਂ ਬਣਦੀ। ਅੱਛਾ ਮੈਂ ਸਭ ਤੁਹਾਨੂੰ ਕੀ ਲੱਗਦਾ ਵੀ 3 ਸਾਲ 'ਚ ਵੀ ਤੁਹਾਨੂੰ ਜੋ ਤੁਸੀਂ ਬਿਹਤਰ ਕਿਆ ਕੰਮ ਬਿਹਤਰ ਕਰ ਸਕਦੇ ਸੀ, ਤੁਹਾਨੂੰ ਲੱਗਦਾ ਵੀ ਉਹ ਮੈਂ ਉਹਨਾਂ ਬਿਹਤਰ ਨਹੀਂ ਕਰ ਪਾਇਆ? ਦੇਖੋ ਬਿਹਤਰ ਜਿਹੜੇ ਸਾਡੀਆਂ ਜੋ ਹਾਲਾਤ ਨੇ ਸਾਡੇ ਦੇਸ਼ ਦੇ ਜਾਂ ਸਾਡੇ ਸ਼ਹਿਰ ਦੇ, ਉਹਦੇ ਹਿਸਾਬ ਨਾਲ ਅਸੀਂ ਸੈਟੀਸਫਾਈਡ ਹਾਂ। ਅਸੀਂ ਜੋ ਕਰਨਾ ਚਾਹਿਆ ਸੀ, ਜੋ ਵਿਜ਼ਨ ਲੈ ਕੇ ਆਏ ਸੀ ਉਹ ਕੀਤਾ। ਅਜੇ ਸਾਡੇ ਕੋਲ 2 ਸਾਲ ਦਾ ਸਮਾਂ ਰਹਿੰਦਾ ਔਰ ਇਹ 2 ਸਾਲ ਦੇ ਵਿੱਚ ਜਿਹੜੀਆਂ ਬਾਕੀ ਲੋਕਾਂ ਦੀਆਂ ਸਾਡੇ 'ਤੇ ਆਸਾਂ ਨੇ ਉਹ ਸਾਰੀਆਂ ਹੀ ਪੂਰੀਆਂ ਕਰਕੇ ਜਾਵਾਂਗੇ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਕਿਸੇ ਵੀ ਵਾਰਡ ਦੇ ਕੋਈ ਵਾਰਡ ਲੈਵਲ 'ਤੇ ਕੋਈ ਗਲੀਆਂ ਨਾਲੀਆਂ ਸੀਵਰੇਜ ਪਾਣੀ ਕੋਈ ਕੰਮ ਅਸੀਂ ਅਧੂਰਾ ਨਹੀਂ ਰਹਿਣ ਦਿੱਤਾ। ਅਸੀਂ 100% ਡਿਵੈਲਪਮੈਂਟ ਮੁਕੰਮਲ ਕਰ ਲਈ ਦਾ ਮਤਲਬ ਇਹ ਹੈ ਕਿ ਜੋ ਸਾਨੂੰ ਚਾਹੀਦਾ ਸੀ ਉਹ ਸਾਰੇ ਕੰਮ ਅਸੀਂ ਪਾਸ ਕਰਕੇ ਉਹਨਾਂ ਸਾਰੇ ਕੰਮਾਂ ਨੂੰ ਅਸੀਂ ਚਾਲੂ ਕਰਵਾ ਦਿੱਤਾ, ਜਿਹੜੇ 1 ਸਾਲ ਦੇ ਵਿੱਚ ਖਤਮ ਹੋ ਜਾਣਗੇ। ਅੱਜ ਅਸੀਂ ਇਸ ਸ਼ਹਿਰ ਦੇ ਵਿੱਚ 250 ਕਿਲੋਮੀਟਰ ਤੋਂ ਜ਼ਿਆਦਾ, ਜਿੱਥੇ 250 ਕਿਲੋਮੀਟਰ ਜਿੱਥੇ ਵਾਟਰ ਸਪਲਾਈ ਲਾਈਨ ਚਾਹੀਦੀ ਸੀ ਉਹ ਪਾ ਦਿੱਤੀ ਆ ਜਾਂ ਵਿੱਚ ਪੈ ਰਹੀ ਆ ਕੁਝ ਏਰੀਆ ਦੇ ਵਿੱਚ। ਇਸੇ ਤਰੀਕੇ ਦੇ ਨਾਲ ਲਗਭਗ 260-70 ਦੇ ਕਰੀਬ ਅਸੀਂ ਨਵੇਂ ਟਿਊਬਲ ਲਗਾ ਚੁੱਕੇ ਹਾਂ। ਸਾਰੇ ਹੀ ਵਾਰਡਾਂ ਦੇ ਵਿੱਚ ਜਿਹੜੀਆਂ ਗਲੀਆਂ ਅਧੂਰੀਆਂ ਸੀ ਉਹ ਬਣ ਗਈਆਂ ਜਾਂ ਬਣ ਰਹੀਆਂ ਨੇ। ਇਹ ਸਭ ਤੋਂ ਵੱਡਾ ਸਾਡਾ ਇੱਕ ਪ੍ਰੋਜੈਕਟ ਸੀਗਾ ਕਿ ਜਿਹੜੀ ਸਾਡੀ ਸਟਰੀਟ ਲਾਈਟ ਸੀ ਸਾਰੇ ਸ਼ਹਿਰ ਦੀ, ਉਹ ਅਸੀਂ ਸਾਰੀ ਸਮਾਰਟ LED ਲਾਈਟਸ ਰਿਪਲੇਸ ਕਰ ਦਿੱਤੀ ਹੈ। ਹੁਣ ਸਾਡਾ ਉਹਦੇ ਵਿੱਚ ਜਿਹੜੀਆਂ ਮੇਨ ਰੋਡਸ ਦਾ ਕੰਮ ਸੀ ਉਹ ਅਸੀਂ ਬਿਲਕੁਲ ਅਖੀਰ ਤੇ ਕੀਤਾ। ਸਭ ਤੋਂ ਪਹਿਲਾਂ ਅਸੀਂ ਗਲੀ ਮੁਹੱਲਿਆਂ ਦਾ ਸਭ ਆਪਣੇ ਕਾਉਂਸਲਰ ਸਾਥੀਆਂ ਦਾ ਸਟਰੀਟ ਲਾਈਟ ਦਾ ਜਾਂ ਬਾਕੀ ਕੰਮ ਸਾਰੇ ਮੁਕੰਮਲ ਕਰ ਲਏ ਸੀਗੇ ਜੀ। ਅੱਛਾ ਮੈਂ ਸਰ ਤੁਹਾਡੇ ਅਕੋਰਡਿੰਗ ਟੂ ਯੂ ਵੀ ਤੁਸੀਂ ਕਾਫੀ ਜ਼ਿਆਦਾ ਡਿਵੈਲਪਮੈਂਟ ਕਰਾ ਲਈ ਹੋਈ ਹੈ। ਹੁਣ ਇੱਕ 25-25 ਕਰੋੜ ਰੁਪਏ ਹਰ ਇੱਕ ਵਿਧਾਨ ਸਭਾ ਹਲਕੇ ਦੇ ਲਈ ਜੋ CM ਸਾਹਿਬ ਵੱਲੋਂ ਅਨਾਉਂਸ ਹੈ ਉਹ ਫਿਰ ਉਹ ਪੈਸਾ ਕਿੱਥੇ ਲੱਗੇਗਾ? ਮੈਂ ਉਹੀ ਦੱਸ ਰਿਹਾ, ਮੈਂ ਤੁਹਾਨੂੰ ਇੱਕ ਗੱਲ ਕਰਕੇ ਦੱਸ ਰਿਹਾ। ਡਿਫਰੈਂਟ ਪ੍ਰੋਜੈਕਟਸ ਚੱਲਦੇ ਨੇ, ਜੇ ਆਪਾਂ ਉਹਨਾਂ ਦੀ ਗੱਲ ਕਰਨੀ ਆਪਾਂ ਡਿਫਰੈਂਟਲੀ ਮਤਲਬ ਪ੍ਰੋਜੈਕਟ ਵਾਈਜ਼ ਗੱਲ ਕਰ ਲਾਂਗੇ। ਹੁਣ ਸਾਡਾ ਜਿਹੜਾ ਸਟਰੀਟ ਲਾਈਟ ਮੇਨ ਰੋਡਸ ਨੇ ਅਸੀਂ ਉਹ ਜਗਾਉਣ ਜਾ ਰਹੇ ਹਾਂ ਔਰ ਇਹ ਸਾਰੇ ਦਾ ਬਹੁਤ ਹੀ ਇੱਕ ਵਧੀਆ ਤਰੀਕੇ ਦੇ ਨਾਲ ਕੰਟਰੋਲ ਰੂਮ ਬਣ ਕੇ ਸਾਰੀ ਆਨਲਾਈਨ ਮੋਨੀਟਰਿੰਗ ਹੋਏਗੀ। ਇੱਕ ਵੀ ਲਾਈਟ ਬੰਦ ਹੋਏਗੀ ਉਹ ਨਗਰ ਨਿਗਮ ਦੇ ਵਿੱਚ ਕੰਟਰੋਲ ਰੂਮ 'ਚ ਉਹਦਾ ਪਤਾ ਲੱਗੇਗਾ, ਉਹਨੂੰ ਇੱਕ ਰਿਕਾਰਡ ਟਾਈਮ 'ਚ ਠੀਕ ਕੀਤਾ ਜਾਏਗਾ। ਉਹ ਸਾਰਾ ਇਸ ਮਹੀਨੇ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਉਹ ਸਾਰਾ ਅਸੀਂ ਕੰਮ ਮੁਕੰਮਲ ਕਰ ਲਾਂਗੇ। ਜਿਹੜੇ ਪ੍ਰੋਜੈਕਟ ਹੁੰਦੇ ਨੇ ਇਹ ਸਾਰੇ ਨਗਰ ਨਿਗਮ ਵੱਲੋਂ ਜਿੰਨੇ ਪ੍ਰੋਜੈਕਟ ਕੀਤੇ ਗਏ ਉਹ ਕੀਤੇ ਗਏ। ਉਸ ਤੋਂ ਇਲਾਵਾ ਸਾਡੇ ਸਮਾਰਟ ਸਿਟੀ ਦੇ, ਇੰਪਰੂਵਮੈਂਟ ਟਰਸਟ ਦੇ, ਪੰਜਾਬ PHTB ਦੇ ਜਾਂ ਹੋਰ PWD ਦੇ ਵੱਖ-ਵੱਖ ਡਿਪਾਰਟਮੈਂਟਸ ਦੇ ਆਪਣੇ ਕੰਮ ਚੱਲ ਰਹੇ ਨੇ। ਜਿਹੜੇ PIDB ਵੱਲੋਂ ਫੰਡਸ ਪੰਜਾਬ ਇਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਦੇ ਤਹਿਤ ਆਏ ਨੇ, ਉਹਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਜਿਹੜੇ ਕੰਮ ਨੇ ਉਹ ਸਾਡੇ ਸ਼ੁਰੂ ਨੇ। ਉਹਦੇ ਵਿੱਚ ਕੁਝ ਕੰਮ ਨਗਰ ਨਿਗਮ ਕਰ ਰਿਹਾ, ਕੁਝ ਇੰਪਰੂਵਮੈਂਟ ਟਰਸਟ ਕਰ ਰਿਹਾ, ਕੋਈ PWD ਕਰ ਰਹੀ ਹੈ। ਉਹ ਸਾਰੇ ਕੰਮ ਜਿੱਥੇ ਅਧੂਰੇ ਸੀ, ਕੋਈ ਗਲੀਆਂ ਨਾਲੀਆਂ ਜਾਂ ਅਧੂਰੇ ਸੀ, ਜਿੱਥੇ MLA ਸਾਹਿਬ ਦੀ ਉਹਦੇ ਵਿੱਚ ਡਿਸਕ੍ਰਿਸ਼ਨ ਸੀਗੀ ਜਾਂ ਡੈਲੀਬਰੇਸ਼ਨ ਸੀ, ਜਿੱਥੇ ਉਹ ਚਾਹੁੰਦੇ ਸੀਗੇ MLA ਸਾਹਿਬ, ਉਹਨਾਂ ਦੀ ਪ੍ਰਾਇੋਰਟੀ ਲਿਸਟ ਸਾਨੂੰ ਆ ਗਈ ਸੀਗੀ। ਇੱਕ ਡਿਪਟੀ ਕਮਿਸ਼ਨਰ ਸਾਹਿਬ ਦੇ
ਪ੍ਰੀਵਿਊ ਦੇ ਵਿੱਚ ਇੱਕ ਕਮੇਟੀ ਸਾਡੀ ਹੈਗੀ ਹੈ DUIC, ਉਹਦੇ ਵਿੱਚ ਸਾਰੇ ਕੰਮ ਮੁਕੰਮਲ ਕਰਕੇ ਉਹਦੇ ਟੈਂਡਰ ਲਾ ਕੇ ਉਹ ਕੰਮ ਅਸੀਂ ਫਸਟ ਫੇਜ਼ ਦੇ ਲਗਭਗ ਕੰਪਲੀਟ ਕਰ ਲਏ ਔਰ ਸੈਕੰਡ ਫੇਜ਼ ਦੇ ਸਾਡੇ ਚਾਲੂ ਨੇ। ਸੋ ਇਹ ਸਾਰੇ ਪ੍ਰੋਜੈਕਟ ਰਲਾ ਕੇ ਮੈਂ ਸਮਝਦਾ ਕਿ ਇੱਕ ਰਿਕਾਰਡ ਤੋੜ ਜਿਹੜੀ ਆ ਉਹ ਸਾਡੇ ਟੈਨਿਓਰ ਦੇ ਵਿੱਚ ਡਿਵੈਲਪਮੈਂਟ ਹੋਈ ਆ। ਇਸ ਤੋਂ ਇਲਾਵਾ ਇੰਪਰੂਵਮੈਂਟ ਟਰਸਟ ਵੱਲੋਂ 5 ਪੁਲ ਜਿਨ੍ਹਾਂ ਦਾ ਉਦਘਾਟਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਕੇ ਗਏ ਸੀਗੇ, ਉਹ ਸਾਰੇ ਬਣ ਰਹੇ ਨੇ, ਚੱਲ ਰਹੇ ਨੇ। ਉਹਨਾਂ 'ਚੋਂ ਇੱਕ ਪੁਲ ਦੀ ਪ੍ਰੋਬਲਮ ਆਈ ਸੀ, ਉਹ ਤੇ ਇੰਪਰੂਵਮੈਂਟ ਟਰਸਟ ਬਣਾ ਲੈਣਾ ਜੀ। ਇਹ ਤੇ ਮੈਂ ਇਹੀ ਦੱਸ ਰਿਹਾ, ਗੱਲ ਸਾਡੀ ਸ਼ਹਿਰ ਦੀ, ਸਾਡੀ ਸਰਕਾਰ ਦੀ ਹੈ ਕਿ 5 ਪੁਲ ਉਹ ਬਣ ਰਹੇ ਨੇ। ਉਸ ਤੋਂ ਇਲਾਵਾ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਬਾਬਾ ਦੀਪ ਸਿੰਘ ਮਾਰਗ ਦੀ ਬਿਊਟੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ। ਗੋਬਿੰਦ ਫੋਰਟ ਦੇ ਵਿੱਚ ਕੰਮ ਚੱਲ ਰਿਹਾ। ਹੈਰੀਟੇਜ ਸਟਰੀਟ 2 ਸਾਡੀ ਬਣ ਗਈ ਆ, ਸਾਈਨੇਜ ਦਾ ਕੰਮ ਹੋ ਗਿਆ। ਫੂਡ ਸਟਰੀਟ ਸਾਡੀ ਬਣ ਰਹੀ ਆ। ਕੱਟੜਾ ਆਲੂਵਾਲੀਆ ਜਿਹੜਾ ਸਾਡਾ ਕਿਲਾ ਆਲੂਵਾਲੀਆ, ਉਹਦੀ ਰੈਨੋਵੇਸ਼ਨ ਹੋ ਰਹੀ ਆ। ਬਹੁਤ ਸਾਰੇ ਕੰਮ ਹੋ। ਸਮਾਰਟ ਸਿਟੀ 'ਚ ਸਾਡਾ ਆਊਟਰ ਸਰਕੂਲਰ ਰੋਡ ਬਣ ਰਹੀ ਆ। ਇਸ ਤੋਂ ਇਲਾਵਾ ਜਿਹੜੇ ਪੁਲਾਂ ਦੇ ਥੱਲੇ ਜਾਂ ਐਲੀਵੇਟਡ ਰੋਡ ਦੇ ਥੱਲੇ ਸਾਰਾ ਬਿਊਟੀਫਿਕੇਸ਼ਨ ਦਾ ਔਰ ਗ੍ਰੀਨਰੀ ਦਾ ਕੰਮ ਹੋ ਰਿਹਾ। ਸੋ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਜਿਮਨੇਜ਼ੀਅਮ ਬਣ ਰਹੇ ਨੇ, ਇਹ ਇੱਦਾਂ ਦੇ ਬਹੁਤ ਸਾਰੇ ਨੇ ਜਿਹੜੇ ਮੈਂ ਵਰਬਲੀ ਬਹੁਤ ਸਾਰੇ ਪ੍ਰੋਜੈਕਟ ਭੁੱਲ ਜਾਂਗਾ। ਡਿਵੈਲਪਮੈਂਟ ਅੱਜ ਦੀ ਤਰੀਕ 'ਚ ਮੈਂ ਉਸ ਪ੍ਰਭੂ ਦੀ ਕਿਰਪਾ ਨਾਲ ਕਹਿ ਸਕਦਾ ਕਿ ਡਿਵੈਲਪਮੈਂਟ ਦਾ ਇਸ਼ੂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਹੀਂ ਰਹਿ ਗਿਆ। ਡਿਵੈਲਪਮੈਂਟ ਅਸੀਂ ਹੁਣ ਸਾਡੇ ਕਾਉਂਸਲਰ ਸਾਥੀਆਂ ਕੋ ਅਸੀਂ ਬਹੁਤ ਸਾਰਾ ਕਨਫਰਮ ਕਰ ਲਿਆ। ਹੁਣ ਅਸੀਂ ਨਗਰ ਨਿਗਮ ਵੱਲੋਂ ਫਿਰ 100 ਕਰੋੜ ਰੁਪਏ ਦੇ ਕੰਮ ਪਾਸ ਕਰ ਦਿੱਤੇ ਨੇ। ਅੱਛਾ ਮੈਂ ਸਾਹਿਬ, ਤੁਸੀਂ ਮੇਅਰ ਬਣਨੇ, ਇੱਕ ਇਲੀਗਲ ਜਿਹੜੀਆਂ ਕਲੋਨੀਆਂ ਬਣੀਆਂ ਜਾਂ ਇਲੀਗਲ ਕੰਸਟਰਕਸ਼ਨ ਨੂੰ ਰੋਕਣ ਵਾਸਤੇ ਇੱਕ ਕਮੇਟੀ ਬਣਾਈ ਜਾਂਦੀ, ਤੁਹਾਡੇ ਵੱਲੋਂ ਹੀ ਬਣਾਈ ਜਾਂਦੀ ਹੈ। ਤੁਸੀਂ ਆਪਣੇ ਹੀ ਚੇਅਰਮੈਨ ਨਿਯੁਕਤ ਕਰਦੇ ਹੋ, ਬਾਅਦ ਚੋਂ ਤੁਹਾਡੇ ਵੱਲੋਂ ਹੀ ਉਸ ਚੇਅਰਮੈਨ ਨੂੰ ਹਟਾ ਦਿੱਤਾ ਜਾਂਦਾ ਹੈ। ਉਹ ਕਿਉਂ ਹਟਾਇਆ ਗਿਆ ਜਾਂ ਉਹਨਾਂ ਠੀਕ ਕੰਮ ਨਹੀਂ ਕੀਤਾ? ਸਾਰੀਆਂ ਗੱਲਾਂ ਨੂੰ ਲੈ ਕੇ ਉਹ ਬੜੀ ਇੱਕ ਸੰਸ਼ਯ ਹੈ। ਦੇਖੋ, ਜਦੋਂ ਤੁਸੀਂ ਇੱਕ ਐਡੇ ਵੱਡੇ ਪਰਿਵਾਰ 'ਚ ਐਡੇ ਵੱਡੇ ਡਿਪਾਰਟਮੈਂਟ 'ਚ ਕੰਮ ਕਰਦੇ ਜੋ, ਉਹਦੇ 'ਚ ਚੇਂਜਸ ਕਰਨੀਆਂ ਬੜੀਆਂ ਜ਼ਰੂਰੀ ਹੁੰਦੀਆਂ। ਕਈ ਵਾਰੀ ਕਈ ਚੀਜ਼ਾਂ ਬਣਾਉਣੀਆਂ ਪੈਂਦੀਆਂ, ਕਈ ਚੀਜ਼ਾਂ ਹਟਾਉਣੀਆਂ ਪੈਂਦੀਆਂ। ਬਹੁਤ ਸਾਰਾ ਇਸ ਡਿਪਾਰਟਮੈਂਟ ਦੇ ਵਿੱਚ ਚੇਂਜਸ ਕੀਤੀਆਂ ਨੇ, ਰੀਸਟਰਕਚਰਿੰਗ ਕੀਤੀ ਹੈ। ਜਿੱਥੇ ਜਿੱਥੇ ਸਾਨੂੰ ਮੌਕੇ 'ਤੇ ਜਿਸ ਚੀਜ਼ ਦੀ ਵੀ ਲੋੜ ਮਹਿਸੂਸ ਹੋਈ, ਉਸ ਤਰੀਕੇ ਦੇ ਨਾਲ ਅਸੀਂ ਐਡਮਿਨਿਸਟ੍ਰੇਸ਼ਨ ਕੀਤੀ। ਨਹੀਂ ਸਰ, ਉਹ ਇਹ ਸੀਗਾ ਵੀ ਹਟਾ ਦਿੱਤਾ ਗਿਆ ਕਿਉਂਕਿ ਇਹ ਪਤਾ ਕੀ ਹੈ, ਇਹ ਤੇ ਇੱਕ ਕ੍ਰੀਏਟ ਕੀਤੀਆਂ ਜਾਂਦੀਆਂ ਗੱਲਾਂ। ਇਹ ਤੇ ਐਡਮਿਨਿਸਟ੍ਰੇਟਿਵ ਸਟੈਪਸ ਹੁੰਦੇ ਆ। ਜਿਸ ਚੀਜ਼ ਦੀ ਲੋੜ ਹੁੰਦੀ ਉਹ ਬਣਾ ਦਿੱਤੀ ਜਾਂਦੀ ਹੈ, ਜਿੱਥੇ ਐਡਮਿਨਿਸਟ੍ਰੇਸ਼ਨ 'ਚ ਨਹੀਂ ਲੋੜ ਹੁੰਦੀ ਉਹਨੂੰ ਖਤਮ ਕਰ ਦਿੱਤਾ ਜਾਂਦਾ। ਅੱਛਾ ਵੈਸੇ ਰੇਹੜੀ ਮਾਰਕੀਟਿੰਗ ਦੀ ਗੱਲ ਕੀਤੀ ਗਈ ਸੀ ਵੀ ਅਲੱਗ-ਅਲੱਗ ਸਪੌਟਸ 'ਤੇ ਰੇਹੜੀ ਮਾਰਕੀਟ ਬਣਾਈ ਜਾਣੀ, ਕਿਉਂਕਿ ਟ੍ਰੈਫਿਕ ਦਾ ਕੰਜੈਸ਼ਨ ਹੁੰਦਾ ਜਾ ਰਿਹਾ ਬਹੁਤ ਜ਼ਿਆਦਾ, ਤੇ ਹਜੇ ਤੱਕ ਨਗਰ ਨਿਗਮ ਵੱਲੋਂ ਕੋਈ ਸਟੈਪਸ ਨਹੀਂ ਲਏ ਗਏ। ਨਹੀਂ, ਉਹਦੇ 'ਚ ਇਹ ਹੈ ਕਿ ਨਗਰ ਨਿਗਮ ਨੇ ਆਪਣਾ ਸਾਰਾ ਹੋਮਵਰਕ ਕਰਕੇ ਜਿਹੜੀਆਂ ਇੱਥੇ ਕੋਈ 43 ਤੋਂ ਜ਼ਿਆਦਾ ਸਾਡੀਆਂ ਸਟਰੀਟ ਵੈਂਡਿੰਗ ਜ਼ੋਨ ਸੀ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਅਸੀਂ ਚੰਡੀਗੜ੍ਹ ਭੇਜਿਆ। ਉਹ ਚੰਡੀਗੜ੍ਹ ਤੋਂ ਉਹਨਾਂ ਦੀ ਨੋਟੀਫਿਕੇਸ਼ਨ ਹੋਣੀ ਸੀਗੀ। ਅਜੇ ਤੱਕ ਉਹ ਸਾਡੇ ਹੈੱਡ ਆਫਿਸ ਤੋਂ ਉਹ ਪ੍ਰੋਪਰ ਪ੍ਰੋਜੈਕਟ ਪਾਸ ਨਹੀਂ ਹੋ ਪਾਇਆ। ਪਰ ਅਸੀਂ ਕਿਸੇ ਚੀਜ਼ ਨੂੰ ਵੀ ਆਪਣੇ ਵਿਕਾਸ ਦੇ ਜਾਂ ਆਪਣੇ ਜੋ ਅਸੀਂ ਸੋਚਿਆ ਵਾ ਉਹ ਵਿਜ਼ਨ ਦੇ ਆੜੇ ਨਹੀਂ ਆਉਣ ਦੇਵਾਂਗੇ। ਅਸੀਂ ਆਪਣੇ ਲੈਵਲ 'ਤੇ ਇਹਨਾਂ ਸਾਰਿਆਂ ਨੂੰ ਆਰਗੇਨਾਈਜ਼ ਕਰਨ ਜਾ ਰਹੇ ਹਾਂ। ਸਾਡਾ ਉਹਦੇ ਲਈ ਟੈਂਡਰ ਡਾਕੂਮੈਂਟ ਤਿਆਰ ਹੋ ਗਿਆ। ਅਸੀਂ ਕਿਉਂਕਿ ਰੇਹੜੀ ਵਾਲਿਆਂ ਨੂੰ ਅਸੀਂ ਉਜਾੜਨਾ ਨਹੀਂ ਚਾਹੁੰਦੇ। ਬਹੁਤ ਸਾਰੇ ਇੱਥੋਂ ਹਜ਼ਾਰਾਂ ਪਰਿਵਾਰ ਰੋਟੀ ਖਾ ਰਹੇ ਨੇ। ਅਸੀਂ ਉਹਨਾਂ ਨੂੰ ਬਿਲਕੁਲ ਇੱਕ ਸਿਸਟਮਾਈਜ਼ ਕਰਨ ਜਾ ਰਹੇ ਹਾਂ। ਉਹਦੇ ਲਈ ਅਸੀਂ ਇੱਕ ਪ੍ਰਾਈਵੇਟ ਕੋਈ ਏਜੰਸੀ ਜਾਂ ਆਊਟਸੋਰਸਿੰਗ ਕਰਾਂਗੇ ਕਿ ਜਿਹੜੇ ਉਹਨਾਂ ਦੇ ਉੱਤੇ ਧਿਆਨ ਰੱਖਣਗੇ ਕਿ ਉਹ ਲਾਈਨ ਤੋਂ ਅੱਗੇ ਨਾ ਆਉਣ, ਸੜਕਾਂ ਬਲੌਕ ਨਾ ਕਰਨ, ਲੋਕਾਂ ਇਨਕਰੋਚਮੈਂਟ ਨਾ ਹੋਵੇ। ਉਹਦੇ ਵਾਸਤੇ ਉਹ ਅਸੀਂ ਇੱਕ ਜਿਹੜੀ ਏਜੰਸੀ ਹਾਇਰ ਕਰਨ ਜਾ ਰਹੇ ਹਾਂ ਔਰ ਸਾਰੀਆਂ ਸੜਕਾਂ 'ਤੇ ਜਿੰਨੀਆਂ ਵੀ ਰੇਹੜੀਆਂ ਜਾਂ ਇਨਕਰੋਚਮੈਂਟ ਆ ਉਹ ਜਿਹੜੀ ਸਾਡੀ ਉਹ ਆਊਟਸੋਰਸ ਜਾਂ ਅਸੀਂ ਕੰਪਨੀ ਲੈਣ ਜਾ ਰਹੇ ਹਾਂ। ਇਹ ਕਦੋਂ ਤੱਕ ਐਕਸਪੈਕਟਡ ਹੈ ਸਰ ਰੇਹੜੀ ਮਾਰਕੀਟ ਨੂੰ ਤੁਸੀਂ ਜ਼ੋਨ ਚ ਮੰਨਦੇ? ਜਿਹੜਾ ਸਰਵਿਸ ਪ੍ਰੋਵਾਈਡਰ ਅਸੀਂ ਹੁਣ ਐਕਸਪੈਕਟਡ ਹੈ ਕਿ ਅਸੀਂ ਫਰਵਰੀ ਦੇ ਵਿੱਚ ਉਹਦੇ ਟੈਂਡਰ ਲਾ ਦਾਂਗੇ ਔਰ ਸਰਵਿਸ ਪ੍ਰੋਵਾਈਡਰ ਲੈ ਕੇ ਇਹ ਸਾਰੀਆਂ ਸਰਵਿਸਿਜ਼ ਉਹਨਾਂ ਕੋਲ ਅਸੀਂ ਲਵਾਂਗੇ। ਔਰ ਮੈਨੂੰ ਆਸ ਹੈ ਕਿ ਫਰਵਰੀ ਮਾਰਚ ਤੱਕ ਇਹ ਅਸੀਂ ਕਾਫੀ ਹੱਦ ਤੱਕ ਇਹ ਜਿਹੜਾ ਮੈਸ ਅੱਜ ਸਾਡੀਆਂ ਸੜਕਾਂ ਤੇ ਦਿਸ ਰਿਹਾ ਉਸ ਨੂੰ ਵੀ ਅਸੀਂ ਠੀਕ ਕਰ ਲਾਂਗੇ। ਮੈਂ ਸਭ ਹਰ ਕੋਈ ਦੇਖੋ ਨਾ ਜੀ, ਰੇਹੜੀ ਜਿਹੜਾ ਵੀ ਲਗਾਉਂਦਾ ਉਹ ਪੈਸੇ ਥੋੜੇ ਦੇਣ ਨੂੰ ਤਿਆਰ ਹੈ ਤਾਂ ਕਿ ਕਾਰਪੋਰੇਸ਼ਨ ਦੀ ਇਨਕਮ ਹੋਵੇ ਜੀ। ਤੈਅ ਬਾਜ਼ਾਰੀ ਦਾ ਇੱਕ ਮਹਿਕਮਾ ਸੀਗਾ, ਤੁਹਾਡਾ ਡਿਪਾਰਟਮੈਂਟ ਸੀਗਾ ਜਿਹੜਾ ਇਹਨਾਂ ਕੋਲ ਪੈਸੇ ਇਕੱਠਾ ਕਰਦਾ ਸੀਗਾ। ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਪੈਸੇ ਸਾਨੂੰ ਇਸ ਵੇਲੇ ਕੋਈ ਫੰਡਸ ਦੀ ਪ੍ਰੋਬਲਮ ਨਹੀਂ ਗੀ। ਅਸੀਂ ਇਹਨਾਂ ਕੋਲ ਕੋਈ ਬਹੁਤੇ ਪੈਸੇ ਲੈਣਾ ਵੀ ਨਹੀਂ ਚਾਹੁੰਦੇ। ਵੈਸੇ ਸਟਰੀਟ ਵੈਂਡਿੰਗ ਐਕਟ ਦੇ ਵਿੱਚ ਫੀਸ ਆ, ਉਹ ਅਸੀਂ ਨੋਟੀਫਿਕੇਸ਼ਨ ਵੀ ਕੀਤੀ ਆ, ਉਹ 1000-1500 ਰੁਪਏ ਸ਼ਾਇਦ ਫੀਸ ਹੈ। ਹਾਂ, ਪਰ ਅਸੀਂ ਅਜੇ ਕੋਈ ਵੀ ਲੋਕਾਂ ਦੇ ਉੱਤੇ ਕਿਸੇ ਕਿਸਮ ਦਾ ਬੋਝ ਨਹੀਂ ਪਾਉਣਾ ਚਾਹੁੰਦੇ। ਇਹ ਲੋਕ ਰੋਟੀ ਖਾ ਰਹੇ ਨੇ, ਸਿਰਫ ਆਪਣੀ ਸਾਫ਼ ਸਫਾਈ ਰੱਖਣ, ਕੰਟਰੋਲ 'ਚ ਰਹਿਣ। ਜਿਹੜਾ ਅਸੀਂ ਸਰਵਿਸ ਪ੍ਰੋਵਾਈਡਰ ਲਵਾਂਗੇ ਉਹਦਾ ਜੋ ਵੀ ਖਰਚਾ 200-300 ਰੁਪਏ ਇਹਨਾਂ ਦੀ ਸਾਫ਼ ਸਫਾਈ ਜਾਂ ਇਹਨੂੰ ਮੈਨੇਜ ਕਰਨ ਦਾ ਆਏਗਾ ਉਹ ਸਿੱਧਾ ਉਸੇ ਕੰਪਨੀ ਨੂੰ ਚਲੇ ਜਾਏਗਾ, ਅਸੀਂ ਨਹੀਂ ਲਵਾਂਗੇ। ਸੋ ਇਸ ਇੱਕ ਬਹੁਤ ਵੱਡਾ ਮੈਸ ਅੱਜ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਹੈ। ਮੈਨੂੰ ਲੱਗਦਾ ਕਿ ਜੇ ਸਾਰਾ ਕੁਝ ਠੀਕ ਰਿਹਾ ਤੇ ਮਾਰਚ ਤੋਂ ਬਾਅਦ
ਇਹ ਤੁਹਾਨੂੰ ਇਹ ਵੀ ਸਾਰਾ ਸਾਫ਼ ਸੁਥਰਾ ਦੱਸੇਗਾ। ਮਤਲਬ ਉਮੀਦ ਕੀਤੀ ਜਾ ਸਕਦੀ ਵੀ ਇਹਨਾਂ ਨੂੰ ਇੱਕ ਸਿਸਟਮਾਈਜ਼ ਤਰੀਕੇ ਨਾਲ ਜਿੱਥੇ ਦੀ ਤੁਸੀਂ ਜ਼ੋਨ ਬਣਾਉਣੇ ਨੇ ਉੱਥੇ ਭੇਜਿਆ ਜਾਏਗਾ 100%। ਤੇ ਕਈ ਵਾਰ ਮੇਰੇ ਸਾਹਿਬ ਦੇਖਣ ਚ ਆਇਆ ਵੀ ਇਹ ਲੋਕ ਹੀ ਵਿਰੋਧ ਕਰਦੇ ਨੇ, ਤੁਹਾਡੇ ਨੇਤਾ ਹੀ ਜਾਂ ਕੁਝ ਕਾਉਂਸਲਰ ਹੀ ਵਿਰੋਧ ਕਰਨ ਲੱਗ ਜਾਂਦੇ, ਇਹਨਾਂ ਨੂੰ ਉੱਥੇ ਕਹਿੰਦੇ ਵੀ ਇਹਨਾਂ ਨੂੰ ਜਿੱਥੇ ਹੈਗੇ ਇੱਥੇ ਰਹਿਣ ਦਿਓ, ਇਹਨਾਂ ਨੂੰ ਉੱਥੇ ਨਾ ਭੇਜਿਆ ਜਾਏ। ਕੋਈ ਗੱਲ ਨਹੀਂ, ਜਦੋਂ ਸਮਾਜ 'ਚ ਕੋਈ ਆਪਾਂ ਚੰਗਾ ਕਰਦੇ ਹਾਂ ਉਹਦੇ 'ਚ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ। ਅਸੀਂ ਆਪਣੇ ਜਿਹੜੇ ਸਾਡੇ ਕੋਈ ਵਿਰੋਧ ਵੀ ਕਰਦੇ ਨੇ ਤੇ ਉਹਨਾਂ ਨੂੰ ਅਸੀਂ ਲੌਜੀਕਲੀ ਸਮਝਾ ਕੇ ਉਹ ਸਾਰਾ ਕੁਝ ਅੱਗੇ ਪਹਿਲਾਂ ਵੀ ਕੀਤਾ, ਅੱਗੇ ਵੀ ਕਰਾਂਗੇ। ਔਰ ਮੈਨੂੰ ਇਸ ਗੱਲ ਦਾ ਯਕੀਨ ਹੈ, ਸਿਰਫ ਵਿਸ਼ਵਾਸ ਨਹੀਂ, ਕਿ ਚੰਗਾ ਕੰਮ ਤੁਸੀਂ ਕਰੋ। ਹਰ ਨੇਤਾ, ਹਰ ਕੋਈ ਵੀ ਵਿਰੋਧ ਕਰਨ ਵਾਲਾ ਜਦੋਂ ਤੁਹਾਡੀ ਇੰਟੈਂਸ਼ਨ ਨੂੰ ਸਮਝ ਜਾਂਦਾ ਉਹ ਫਿਰ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹੋ ਜਾਂਦਾ। ਮੇਰੇ ਸਾਹਿਬ ਇੱਕ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਜੀ ਸ਼ਹਿਰ ਦੇ ਵਿੱਚ। ਪਾਰਕਿੰਗ ਸੁਣਦੇ ਆ ਰਹੇ ਕਈ ਸਾਲਾਂ ਤੋਂ, ਅਕਾਲੀ ਭਾਜਪਾ ਸਰਕਾਰ ਸੀ, ਉਸ ਤੋਂ ਪਹਿਲੇ ਵੀ ਜੀ 10 ਸਾਲ ਹੋ ਰਹੇ, 3 ਸਾਲ ਕਰੀਬ ਤੁਹਾਨੂੰ ਹੋ ਗਏ ਜੀ ਸਰਕਾਰ ਬਣੇ, 4 ਸਾਲ ਹੋ ਗਏ, ਤੇ ਪਾਰਕਿੰਗ ਦੀ ਜਿਹੜੀ ਸਮੱਸਿਆ ਖਤਮ ਨਹੀਂ ਹੋਈ। ਨਾ ਹੀ ਕੋਈ ਪਾਰਕਿੰਗ ਅਸੀਂ ਨਵੀਂ ਡਿਵੈਲਪ ਕਰ ਸਕੇ ਕਿਤੇ ਵੀ। ਜਿਵੇਂ ਕਿਹਾ ਜਾਂਦਾ ਸੀ ਮੱਛੀ ਮੰਡੀ ਬਣਾਵਾਂਗੇ, ਕੈਰੋ ਮਾਰਕੀਟ ਬਣਾਵਾਂਗੇ, ਜਾਂ ਹਰ ਡਿਫਰੈਂਟ ਜਿੰਨੇ ਵਿਧਾਨ ਸਭਾ ਹਲਕੇ ਨੇ ਉੱਥੇ ਵੱਖਰੀ ਵੱਖਰੀ ਪਾਰਕਿੰਗ ਬਣਾਵਾਂਗੇ। ਦੇਖੋ, ਜਿਹੜੀ ਮੱਛੀ ਮੰਡੀ, ਕੈਰੋ ਮਾਰਕੀਟ ਦੀ ਗੱਲ ਆ, ਉੱਥੇ ਸਮਾਰਟ ਸਿਟੀ ਦੇ ਅੰਦਰ ਉਹ ਪਾਰਕਿੰਗਸ ਦੇ ਟੈਂਡਰ ਲੱਗੇ ਨੇ, ਉਹਨਾਂ ਦੇ ਵਿੱਚ ਕੋਈ ਉੱਥੇ ਫਲॉज ਰਹਿਣ ਕਰਕੇ ਉਹ ਨਹੀਂ ਆਏ ਜੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਾਰਕਿੰਗਸ ਤੇ ਬਣ ਗਈਆਂ। ਪਰ ਇੱਕ ਗੱਲ ਸਾਨੂੰ ਸਮਝਣੀ ਪਏਗੀ, ਅਸੀਂ ਬਹੁਤ ਡਿਵੈਲਪ ਕੰਟਰੀਆਂ 'ਚ ਵੀ ਮੈਂ ਜਾ ਕੇ ਦੇਖਿਆ, ਜਿਹੜੇ ਪੁਰਾਣੇ ਸ਼ਹਿਰ ਬਣੇ ਹੁੰਦੇ ਨੇ ਉਹਨਾਂ ਦੇ ਵਿੱਚ ਹਰ ਡਿਵੈਲਪ ਕੰਟਰੀਆਂ 'ਚ ਵੀ ਜਿਹੜੇ ਵਹੀਕਲਸ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾਂਦਾ। ਸੋ ਜਿਹੜਾ ਸਾਡਾ ਪੁਰਾਣਾ ਸ਼ਹਿਰ ਵਰਲਡ ਸਿਟੀ ਅੱਜ ਤੋਂ ਅਪਰੋਕਸੀਮੇਟਲੀ 450 ਸਾਲ ਪਹਿਲਾਂ ਬਣਿਆ, ਉਹ ਕਾਰਾਂ ਵਾਸਤੇ ਨਹੀਂ ਬਣਿਆ। ਉਹਦੇ ਅੰਦਰ ਸਾਡੇ 4 ਵੀਲਰ ਨਹੀਂ ਜਾ ਸਕਦੇ। ਅਸੀਂ ਧੱਕੇ ਨਾਲ ਉੱਥੇ ਲਿਜਾਂਦੇ ਹਾਂ, ਕਰਦੇ ਹਾਂ, ਔਰ ਸਾਰੇ ਬਾਜ਼ਾਰਾਂ ਦੇ ਵਿੱਚ ਸੜਕਾਂ ਵੀ ਬੰਦ ਕਰਦੇ ਹਾਂ। ਉਹ ਹੌਲੀ ਹੌਲੀ ਸਾਨੂੰ ਸਮਝਣਾ ਪਏਗਾ। ਔਰ ਸ਼ਹਿਰ ਦੇ ਬਾਹਰ, ਵਰਲਡ ਸਿਟੀ ਦੇ ਬਾਹਰ ਜਿਹੜੀਆਂ ਪਾਰਕਿੰਗਸ ਬਣ ਕੇ ਅੰਦਰ, ਤੇ ਉਹ ਇੱਕ ਸਾਡਾ ਤੁਸੀਂ ਕਹਿ ਲਓ ਕਿ ਉੱਥੇ ਪਿਲਗ੍ਰਿਮਸ ਆਉਂਦੇ ਨੇ, ਇੱਕ ਸ਼ਰਧਾ ਦਾ ਕੇਂਦਰ ਆ ਉੱਥੇ, ਤੇ ਸਾਨੂੰ ਸਾਰਿਆਂ ਨੂੰ ਉਸ ਏਰੀਆ ਨੂੰ ਸਾਫ਼ ਸੁਥਰਾ ਰੱਖਣਾ ਪਏਗਾ। ਸੋ ਉਹਦੇ ਬੜੇ ਉਹਦੇ ਤੇ ਆਪਟੀਮਮ ਕੋਈ ਨਾ ਕੋਈ ਉਹਦਾ ਹੱਲ ਕੱਢ ਕੇ ਅਸੀਂ ਉਹਦੇ ਬਾਰੇ ਵੀ ਸੋਚ ਰਹੇ ਹਾਂ। ਮਤਲਬ ਪਲਾਨਿੰਗ ਹੈ ਫਿਰ ਆਊਟਰ ਸਾਈਡ ਤੇ ਕੋਈ ਨਾ ਕੋਈ ਪਾਰਕਿੰਗ। ਅੱਜ ਤਾਂ ਹੁਣ ਸਾਡੀ ਕੈਰੋ ਮਾਰਕੀਟ ਬਣ ਜਾਏਗੀ, ਮੱਛੀ ਮੰਡੀ ਬਣ ਜਾਏਗੀ, ਬਾਹਰ ਸਬਜ਼ੀ ਮੰਡੀ ਵਾਲੀ ਵੀ ਹੁਣ ਉਹ PMIDC ਦੀ ਜਗ੍ਹਾ ਸੀਗੀ, ਉਹਨੂੰ ਵੀ ਹੁਣ ਅਸੀਂ ਸਾਫ਼ ਕਰਕੇ ਉੱਥੇ ਵੀ ਅਸੀਂ ਸਾਰਾ ਇੱਕ ਸਰਫਸ ਪਾਰਕਿੰਗ ਬਣਾਉਣ ਜਾ ਰਹੇ ਹਾਂ। ਇਸ ਸਾਲ ਦੇ ਵਿੱਚ ਉਹ ਵੀ ਅਸੀਂ ਚਲਾ ਦਾਂਗੇ। ਬਹੁਤ ਸਾਰੀਆਂ ਪਾਰਕਿੰਗ ਜਿੱਥੇ ਕਮਰਸ਼ੀਅਲ ਅਦਾਰੇ ਨੇ, ਤੁਸੀਂ ਸ਼ਹਿਰ 'ਚ ਵੇਖਿਆ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਮਿਸ ਪੈਂਦਾ, ਉਹ ਅਸੀਂ ਸਾਰੀਆਂ ਹੀ ਰੈਗੂਲਰਾਈਜ਼ ਕਰ ਦਿੱਤੀਆਂ। ਬੜੇ ਨੋਮੀਨਲ ਜੇ ਪੈਸਿਆਂ ਦੇ ਉੱਤੇ ਅਸੀਂ ਉਹਨਾਂ ਦੀ ਬੋਲੀ ਕਰ ਰਹੇ ਹਾਂ। ਸਾਨੂੰ ਇਹਨਾਂ ਚੀਜ਼ਾਂ ਦੇ ਉੱਤੋਂ ਕੋਈ ਰੈਵਨਿਊ ਨਹੀਂ ਚਾਹੀਦਾ, ਸਾਨੂੰ ਸਿਰਫ ਇੱਕ ਮੈਨੇਜਮੈਂਟ ਚਾਹੀਦੀ ਹੈ ਕਿ ਲੋਕੀ ਆਪਣੇ ਜਿਹੜੇ ਵਹੀਕਲਸ ਨੇ ਉਹਨਾਂ ਨੂੰ ਕਾਇਦੇ ਦੇ ਨਾਲ ਪਾਰਕ ਕਰਨ, ਔਰ ਉਹ ਲੋਕਾਂ ਲਈ ਕੋਈ ਵੀ ਹੈਜ਼ਲ ਨਾ ਬਣ। ਸੋ ਉਹਦੇ ਲਈ ਅਸੀਂ ਬਹੁਤ ਸਾਰੀਆਂ ਪਾਰਕਿੰਗ ਜਿਹੜੀਆਂ ਨੇ ਉਹ ਅੱਗੇ ਆਲਰੇਡੀ ਟੈਂਡਰ ਆਊਟ ਕਰ ਚੁੱਕੇ ਹਾਂ, ਕੁਝ ਸਾਡੀਆਂ ਹੁਣ ਹੋ ਰਹੀਆਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਨਵੀਆਂ ਪਾਰਕਿੰਗ ਜ਼ੋਨਸ ਬਣਾਵਾਂਗੇ ਔਰ ਲੋਕਾਂ ਨੂੰ ਹਰ ਕਿਸਮ ਦੀ ਜਿਹੜੀ ਉਹ ਸੁਵਿਧਾ ਦੇਵਾਂਗੇ। ਮੈਂ ਸਭ ਕਰੀਬ 1 ਲੱਖ ਤੋਂ ਜ਼ਿਆਦਾ ਸ਼ਰਧਾਲੂ ਆਉਂਦੇ ਨੇ। ਕੋਰੋਨਾ ਕਾਲ ਕਰਕੇ ਸ਼ਾਇਦ ਥੋੜਾ ਘਟਿਆ ਹੋਵੇਗਾ। ਜੋ ਇਹ ਡਿਮਾਂਡ ਦੀ ਪਬਲਿਕ ਦੀ, ਵਰਲਡ ਸਿਟੀ ਦੇ ਵਿੱਚ ਟਾਇਲਟਸ ਦੀ ਬਹੁਤ ਪ੍ਰੋਬਲਮ ਹੈ। ਇੱਕ ਵਾਰੀ ਕਾਰਪੋਰੇਸ਼ਨ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਸੀਗਾ ਵੀ ਸੁਲਭ ਟਾਇਲਟਸ ਉੱਤੇ ਨਹੀਂ, ਉਹ ਸਾਰੇ ਕੋਈ ਪ੍ਰੋਬਲਮ ਨਹੀਂ। ਅਸੀਂ ਅਪਰੋਕਸੀਮੇਟਲੀ 42 ਜਗ੍ਹਾ ਦੇ ਉੱਤੇ ਸੁਲਭ ਦੇ ਵਿੱਚ ਨਵੇਂ ਟਾਇਲਟ ਬਣਾ ਕੇ ਨਹੀਂ, ਵਰਲਡ ਸਿਟੀ ਦੀ ਗੱਲ ਕਰ ਰਹੇ, ਇੱਥੇ ਪਿਲਗ੍ਰਿਮਸ ਬਹੁਤ ਮੈਂ ਸਾਰੇ ਦੱਸ ਰਿਹਾ ਜੀ। ਪਿਲਗ੍ਰਿਮਸ ਦੀ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਗੀ। ਉੱਥੇ ਹੁਣ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਾਰੀਆਂ ਸਾਈਡਸ ਤੇ ਟਾਇਲਟ ਚੱਲ ਰਹੇ ਨੇ। ਫਿਰ ਉਸ ਤੋਂ ਬਾਅਦ ਧਰਮ ਸਿੰਘ ਮਾਰਕੀਟ ਦੇ ਵਿੱਚ ਜਿਹੜਾ ਸਾਡੇ ਇੰਪਰੂਵਮੈਂਟ ਟਰਸਟ ਵੱਲੋਂ ਉਹ ਮਾਰਕੀਟ ਹੈ, ਉੱਥੇ ਵੀ ਬਹੁਤ ਸੋਹਣਾ ਬਣਿਆ ਵਾ। ਹਰ ਜਿਹੜੇ ਤੁਸੀਂ ਹੁਣ ਬਾਜ਼ਾਰਾਂ ਦੀ ਗੱਲ ਕਰਦੇ ਜੇ, ਜਿੱਥੇ ਵੀ ਸਾਨੂੰ ਜਗ੍ਹਾ ਕੋਈ ਪ੍ਰੋਵਾਈਡ ਕਰਾ ਦੋਗੇ, ਅਸੀਂ ਉੱਥੇ ਟੌਪ ਆਫ ਦਾ ਲਾਈਨ ਟਾਇਲਟ ਸੈੱਟ ਅੱਜ ਕੋਈ ਵੀ ਜਿੱਥੇ ਪਬਲਿਕ ਟਾਇਲਟਸ ਬਣਾ ਕੇ ਦੇਣ ਨੂੰ ਤਿਆਰ ਆ। ਹੁਣ ਜਿੰਨਾ ਏਰੀਆ ਦੇ ਵਿੱਚ ਜਗ੍ਹਾ ਹੀ ਦੀ ਪ੍ਰੋਬਲਮ ਆ, ਉੱਥੇ ਜ਼ਰੂਰ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ। ਪਰ ਕੋਈ ਵੀ ਇੱਦਾਂ ਦਾ ਸ਼ਹਿਰ ਦੇ ਵਿੱਚ ਇੱਦਾਂ ਦਾ ਏਰੀਆ ਨਹੀਂ ਕਿ ਜਿੱਥੇ ਲੋਕਾਂ ਨੂੰ ਇਹ ਕਿਤੇ ਪਬਲਿਕ ਟਾਇਲਟ ਦੀ ਲੋੜ ਹੋਵੇ ਤੇ ਉਹ ਨਾ ਚੱਲ ਰਿਹਾ ਹੋਵੇ। ਅੱਜ ਮੈਨੂੰ ਮੈਂ ਮਾਣ ਫਖਰ ਨਾਲ ਕਹਿ ਸਕਦਾ ਕਿ ਅੱਜ ਟਾਇਲਟਸ ਦੀ ਵਜ੍ਹਾ ਨਾਲ ਅੰਮ੍ਰਿਤਸਰ ਨੂੰ ODF++ ਦਾ ਜਿਹੜਾ ਰੈਂਕ ਮਿਲਿਆ, ਇਹ ਬਹੁਤ ਹੀ ਅੰਮ੍ਰਿਤਸਰ ਵਾਸੀਆਂ ਵਾਸਤੇ ਮਾਣ ਦੀ ਗੱਲ ਹੈ। ਔਰ ਉਹਦੇ ਲਈ ਮੈਂ ਜਿੰਨੀ ਵੀ ਐਪਰੀਸ਼ੀਏਸ਼ਨ ਕਰ ਲਾਂ ਸਾਡੇ ਹੈਲਥ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੀ ਤੇ ਸਾਡੇ ONM ਡਿਪਾਰਟਮੈਂਟ ਦੇ ਅਫਸਰ ਸਾਹਿਬਾਨਾਂ ਦੀ, ਕਰਮਚਾਰੀ ਅਧਿਕਾਰੀਆਂ ਦੀ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਟੇਟਸ ਹਾਸਲ ਕੀਤਾ। ਔਰ ਉਹਦੀ ਜਿਹੜੀ ਹੁਣ ਅਸੀਂ ਆਪ ਚੈੱਕ ਕਰਦੇ ਹਾਂ, ਔਰ ਜਿੰਨੇ ਵੀ ਸਾਡੇ ਟਾਇਲਟਸ ਨੇ ਉਹ ਬਿਲਕੁਲ ਨੀਟ ਐਂਡ ਕਲੀਨ। ਹਰ ਟਾਇਲਟ ਦੇ ਉੱਤੇ ਅਟੈਂਡੈਂਟ ਰੱਖਿਆ ਔਰ ਉਹ ਅਟੈਂਡੈਂਟ ਉਹਨੂੰ ਲਗਾਤਾਰ ਸਾਫ਼ ਕਰਦਾ ਰਹਿੰਦਾ। ਔਰ ਸਾਡਾ ਇੱਕ ਬਹੁਤ ਹੀ ਉੱਚੇ ਸਟੈਂਡਰਡ ਦੇ ਇੱਕ ਮਿਆਰੀ ਜਿਹੜੇ ਟਾਇਲਟ ਸੈੱਟ, ਕਮਿਊਨਿਟੀ ਤੇ ਪਬਲਿਕ ਟਾਇਲਟ ਸੈੱਟ ਉਹ ਅੱਜ ਸਾਡੇ ਸ਼ਹਿਰ 'ਚ ਚੱਲ ਰਹੇ ਨੇ।
ਹੁਣ ਕਈ ਵਾਰੀ ਇੱਕ ਪ੍ਰੋਬਲਮ ਆਉਂਦੀ ਹੈ ਕਿ ਬਹੁਤ ਸਾਰੇ ਪੁਰਾਣੇ ਟਾਇਲਟ ਨੇ ਜਿਨ੍ਹਾਂ ਨੂੰ ਕਾਰਪੋਰੇਸ਼ਨ ਨੇ ਅਬੰਡਨ ਕਰਤਾ, ਖਤਮ ਕਰਤਾ, ਪਰ ਉਹ ਅਜੇ ਤੱਕ ਅਸੀਂ ਡਿਸਮੈਂਟਲ ਨਹੀਂ ਕੀਤੇ, ਤੋੜੇ ਨਹੀਂ। ਕਈ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ, ਉਹਦੀ ਫੋਟੋ ਖਿੱਚ ਕੇ ਉਹਨੂੰ ਫੇਸਬੁੱਕ ਤੇ ਪਾਉਣਾ ਜਾਂ ਇਦਾਂ ਦੀਆਂ ਗੱਲਾਂ ਕਰਨੀਆਂ, ਉਹ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਉਹ ਅਸੀਂ ਖਤਮ ਕਰਕੇ ਨਵੇਂ ਬਣਾ ਦਿੱਤੇ ਨੇ। ਉਹਨਾਂ ਨੂੰ ਜਲਦੀ ਅਸੀਂ ਉੱਥੋਂ ਡਿਸਮੈਂਟਲ ਕਰ ਦਾਂਗੇ। ਔਰ ਜਿੱਥੇ ਕੋਈ ਮਾਰਕੀਟ ਜਾਂ ਕਿਸੇ ਐਸੋਸੀਏਸ਼ਨ ਨੂੰ ਅੱਜ ਲੋੜ ਹੈ ਟਾਇਲਟ ਦੀ ਔਰ ਮੁਸ਼ਕਿਲ ਆ ਰਹੀ, ਉਹ ਮੇਰੇ ਧਿਆਨ 'ਚ ਲਿਆ ਦੇਣ, ਅਸੀਂ ਅਗਲੇ ਦਿਨ ਹੀ ਉੱਥੇ ਨਵਾਂ ਟਾਇਲਟ ਬਣਾਉਣਾ ਸ਼ੁਰੂ ਕਰ ਦਿਆਂਗੇ। ਅੱਛਾ ਮੇਰੇ ਸਾਹਿਬ, ਇੱਕ ਬੜੀ ਵਿਗਿਆਪਨ ਪਾਲਿਸੀ ਜਿਹੜੀ ਹੈ ਕਾਫੀ ਦੇਰ ਤੋਂ ਪੈਂਡਿੰਗ ਚੱਲ ਰਹੀ ਹੈ, ਇਹ ਵੀ ਕਾਰਪੋਰੇਸ਼ਨ ਦੀ ਇੱਕ ਵੱਡੀ ਇਨਕਮ ਦਾ ਜ਼ਰੀਆ ਬਣ ਸਕਦਾ ਹੈ, ਤੇ ਕਿਆ ਰੀਜ਼ਨ ਹੈ ਵੀ ਸਰਕਾਰ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੀ ਹੈ? ਉਹਦੇ 'ਚ ਦੇਖੋ, ਪਹਿਲਾਂ ਜਦੋਂ ਸਾਡਾ ਟੈਂਡਰ, ਜਿਹੜੀ ਪਹਿਲੀ ਕੰਪਨੀ ਦਾ ਟੈਂਡਰ ਓਵਰ ਹੋਇਆ, ਉਸ ਤੋਂ ਬਾਅਦ ਸਾਨੂੰ ਸਟੇਟ ਗਵਰਨਮੈਂਟ ਨੇ ਆਪਣੇ ਲੈਵਲ ਤੇ ਇੱਕ ਟੈਂਡਰ ਡਾਕੂਮੈਂਟ ਬਣਾ ਕੇ ਭੇਜ ਦਿੱਤੇ। ਉਹਦੇ 'ਚ ਸ਼ਰਤਾਂ ਇੱਦਾਂ ਦੀਆਂ ਰੱਖੀਆਂ, ਇੰਨਾ ਜ਼ਿਆਦਾ ਉਹਨੂੰ ਹਾਈ ਇਵੈਲੂਏਟ ਕਰ ਲਿਆ ਕਿ ਜਦੋਂ ਉਹਦੇ ਅਸੀਂ ਟੈਂਡਰ ਲਾਏ ਤੇ ਉਹਦਾ ਕੋਈ ਬਿਡਰ ਆਇਆ ਨਹੀਂ। ਉਸ ਤੋਂ ਬਾਅਦ ਅਸੀਂ ਫਿਰ ਉਹਨੂੰ ਆਪਣੇ ਲੈਵਲ ਤੇ ਟ੍ਰਿਮ ਕੀਤਾ, ਟ੍ਰਿਮ ਕਰਨ ਤੋਂ ਬਾਅਦ ਉਹਦੀ ਮਨਜ਼ੂਰੀ ਲਈ, ਫਿਰ ਦੁਬਾਰਾ ਲਾਏ, ਫਿਰ ਨਹੀਂ ਕੋਈ ਆਇਆ। ਉਹ 3-4 ਵਾਰੀ ਘਟਾ ਕੇ ਜਿਹੜਾ ਓਵਰ ਵੈਲਿਊਡ ਸੀਗਾ ਉਹਨੂੰ ਘਟਾ ਲਿਆ ਗਿਆ। ਪਰ ਉਹਦੇ 'ਚ ਅੱਜ ਵੀ ਕੋਈ ਇਦਾਂ ਦੇ ਕਲੌਜ਼ ਨੇ ਕਿ ਜਿਹਦਾ ਕਰਕੇ ਕੋਈ ਬਿਡਰ ਆਉਣ ਨੂੰ ਤਿਆਰ ਨਹੀਂ। ਉਹਦੀਆਂ ਅਸੀਂ ਜੋ ਵੀ ਲੋਕਾਂ ਦੀਆਂ ਉਹਦੇ ਉੱਤੇ ਕੰਪਲੇਂਟ ਸੀਗੀਆਂ ਜਾਂ ਚੇਂਜਸ ਚਾਹੁੰਦੇ ਸੀ, ਜਿਹੜੀਆਂ ਡੈਲੀਬਰੇਸ਼ਨਸ ਆਈਆਂ ਸੀਗੀਆਂ, ਉਹ ਸਾਰੀਆਂ ਅਸੀਂ ਸਟੇਟ ਗਵਰਨਮੈਂਟ ਨੂੰ ਲਿਖ ਕੇ ਭੇਜਿਆ। ਔਰ ਉਹਦੇ ਵਿੱਚ ਜਿਹੜੀਆਂ ਸਾਨੂੰ ਚੇਂਜਸ ਚਾਹੀਦੀਆਂ, ਉਹ ਸਟੇਟ ਗਵਰਨਮੈਂਟ ਦੇ ਐਂਡ ਤੋਂ ਪਿਛਲੇ ਲਗਭਗ 1 ਸਾਲ ਤੋਂ ਹੀ ਅਵੇਟਡ ਨੇ। ਉਹ ਅਸੀਂ ਉਹਨਾਂ ਨੂੰ ਫਿਰ ਰਿਮਾਈਂਡਰ ਲਿਖੇ ਨੇ, ਔਰ ਜੇ ਨਾ ਸਾਨੂੰ ਰਿਕਾਰਡ ਟਾਈਮ 'ਚ ਮਿਲੀਆਂ ਤੇ ਅਸੀਂ ਆਪਣੇ ਲੈਵਲ ਤੇ ਫਿਰ ਅਸੀਂ ਉਹ ਇੱਕ ਵਾਰੀ ਸਰਕਾਰ ਨੂੰ ਨੋਟਿਸ ਭੇਜ ਕੇ ਉਹ ਵੀ ਅਸੀਂ ਕਰ ਦਾਂਗੇ। ਪਰ ਆ ਕਰੋਨਾ ਵਿੱਚ ਆਉਣ ਕਰਕੇ 1 ਸਾਲ ਸਾਡਾ ਵੇਸਟ ਹੋਇਆ। ਇਹਦੇ ਵਿੱਚ ਵੀ ਕੋਈ ਬਿਡਰ ਆਉਣ ਨੂੰ ਤਿਆਰ ਨਹੀਂ ਸੀਗਾ, ਪਰ ਹੁਣ ਅਸੀਂ ਇਸ ਸਾਲ ਦੇ ਵਿੱਚ ਜਿਹੜਾ 1-2 ਮਹੀਨੇ ਦੇ ਵਿੱਚ ਇਹ ਐਡਵਰਟਾਈਜ਼ਿੰਗ ਦਾ ਵੀ, ਪਰ ਸਾਡੀ ਕੋਈ ਉਹਦੇ 'ਚ ਇਨਕਮ ਨਹੀਂ ਘਟੀ। ਅਸੀਂ ਉਹਨੂੰ ਇਨਹਾਂਸ ਕਰਕੇ ਉਹ ਪਹਿਲੇ ਟੈਂਡਰ ਨੂੰ ਕੈਰੀ ਆਊਟ ਕਰੀ ਜਾ ਰਹੇ ਹਾਂ, ਔਰ ਉਹਦੀ ਇਨਹਾਂਸਮੈਂਟ ਦੇ ਨਾਲ ਸਾਨੂੰ ਉਹਦੇ ਪੈਸੇ ਆ ਰਹੇ ਨੇ। ਕੋਈ ਨਗਰ ਨਿਗਮ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ, ਪਰ ਜਿਹੜਾ ਇੱਕ ਪ੍ਰੋਸੈਸ ਇੱਕ ਸਟਿਪੂਲੇਟਡ ਟਾਈਮ ਦੇ ਵਿੱਚ ਹੋਣਾ ਚਾਹੀਦਾ ਸੀ, ਉਹ ਕੁਛ ਮਿਸਕਮਿਊਨੀਕੇਸ਼ਨ ਸਾਡਾ ਰਿਹਾ, ਜਾਂ ਕੋਈ ਪਾਲਿਸੀ ਇੱਦਾਂ ਦੀ ਜਿਹੜੀ ਫਲਾ ਵਾਲੀ ਸੀਗੀ, ਉਹਦੀ ਪ੍ਰੋਬਲਮ ਦੇ ਨਾਲ ਸਾਨੂੰ ਉਹ ਪ੍ਰੋਬਲਮਸ ਆਈਆਂ ਨੇ। ਉਹ ਸਟੇਟ ਗਵਰਨਮੈਂਟ ਤੇ ਐਂਡ ਤੋਂ ਸਾਨੂੰ ਉਹ ਡਾਕੂਮੈਂਟ ਭੇਜੇ ਗਏ ਸੀਗੇ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਲੋਕਲ ਜਿਹੜੀ ਸਾਡੀ ਗਰਾਊਂਡ ਰਿਐਲਿਟੀ ਸੀਗੀ ਉਹਨੂੰ ਉਹਨਾਂ ਨੇ ਮਿਸ ਜੱਜ ਕੀਤਾ। ਸੋ ਉਹ ਅਸੀਂ ਸਟੇਟ ਗਵਰਨਮੈਂਟ ਨੂੰ ਭੇਜਿਆ ਕਿ ਇਹ ਸਾਡਾ ਪ੍ਰੈਰੋਗੇਟਿਵ ਹੈ, ਔਰ ਅਸੀਂ ਆਪਣੇ ਲੈਵਲ ਤੇ ਇਹਦੀ ਜ਼ਿਆਦਾ ਵਧੀਆ ਅਸੈਸਮੈਂਟ ਕਰ ਸਕਦੇ ਹਾਂ। ਜਿਹੜੀਆਂ ਸ਼ਰਤਾਂ ਠੀਕ ਕਰਕੇ ਅਸੀਂ ਲਗਾ ਦਾਂਗੇ। ਅਮਰ ਸਾਹਿਬ, ਹਾਲ 'ਚ ਇੱਕ ਕਾਰਪੋਰੇਸ਼ਨ ਵਾਟਰ ਵਰਕਸ਼ਾਪ ਦੇ ਵਿੱਚ ਤੁਹਾਡੇ ਤੇ ਕਾਫੀ ਆਰੋਪ ਲੱਗਦੇ ਨੇ ਵੀ ਤੁਸੀਂ ਕੰਡਮ, ਜਿਹੜੇ ਚੰਗੀਆਂ ਭਲੀਆਂ ਗੱਡੀਆਂ ਉਹਨਾਂ ਨੂੰ ਕੰਡਮ ਕਰਕੇ ਵੇਚਣ ਦੀ ਤਿਆਰੀ ਕਰ ਰਹੇ ਹੋ, ਇੱਕ, ਤੇ ਦੂਸਰਾ ਤੁਸੀਂ ਕਈ ਜਗ੍ਹਾ ਜਿਹੜੀਆਂ ਐਸੀਆਂ ਥਾਵਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਕਿਹੜੀ ਥਾਂ ਤੇ ਕਬਜ਼ਾ? ਕਹਿੰਦੇ ਜੀ ਪਨੋਰਮਾ ਤੁਹਾਡੇ ਕੋਲ, ਉਹ 1 ਨੰਬਰ ਕੋਠੀ ਉਹ ਵੀ ਤੁਹਾਡੇ ਕੋਲ, ਕਈ ਆਫਿਸਿਸ ਤੁਹਾਡੇ ਕੋਲ। ਚਲੋ ਪਹਿਲਾਂ ਮੈਂ ਤੁਹਾਡੇ ਮਾਧਿਅਮ ਨਾਲ ਦੱਸਦਾ ਕਿ ਵਾਹਿਯਾਤ ਸਵਾਲਾਂ ਦੇ ਜਵਾਬ ਦੇਣ ਨਾਲ ਬੰਦਾ ਬਹੁਤਾ ਚੰਗਾ ਨਹੀਂ ਲੱਗਦਾ, ਪਰ ਜਦੋਂ ਇੱਕ ਸਮਾਜਿਕ ਗੱਲ ਆ ਜਾਂਦੀ, ਲੋਕਾਂ ਨੂੰ ਦੱਸਣਾ ਹੋਵੇ, ਉਦੋਂ ਬਹੁਤ ਜ਼ਰੂਰੀ ਹੋ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਲਿੰਕ ਇਸ ਆਟੋ ਵਰਕਸ਼ਾਪ ਨਾਲ ਹੀ ਕਿਉਂ ਆ? ਜਦੋਂ ਆਟੋ ਵਰਕਸ਼ਾਪ ਦੇ ਵਿੱਚ ਕੁਝ ਵੀ ਸੁਧਾਰਾਂ ਦੀ ਗੱਲ ਕੀਤੀ ਜਾਂਦੀ ਹੈ, ਕੋਈ ਉੱਥੇ ਆਫੀਸਰ ਡਿਪਿਊਟ ਕੀਤਾ ਜਾਂਦਾ, ਉਦੋਂ ਉਹਦਾ ਵਿਰੋਧ ਹੁੰਦਾ। ਉਹ ਕਿਉਂ ਹੁੰਦਾ? ਹੁਣ ਮੈਂ ਇਸ ਗੱਲ ਨੂੰ ਬੜੇ ਫਖਰਲੀ ਮੈਂ ਕਹਿ ਦਾਂਗਾ ਕਿ, ਔਰ ਬੜਾ ਓਪਨਲੀ ਕਹਾਂਗਾ ਕਿ ਮੈਨੂੰ ਕੋਈ ਵੀ ਰਿਸਪੌਂਸਿਬਿਲਟੀ ਲੈਣ 'ਚ ਕੋਈ ਹਰਜ ਨਹੀਂ ਗਾ। ਮੈਂ ਕਾਰਪੋਰੇਸ਼ਨ ਦਾ ਹੈੱਡ ਹਾਂ। ਜੇ ਮੇਰੇ ਅਫਸਰਾਂ ਤੇ ਜਾਂ ਮੇਰੇ ਹੋਰ ਕੌਂਸਲਰ ਸਾਥੀਆਂ ਤੇ ਐਵੇਂ ਵਾਹਿਯਾਤ ਕੋਈ ਕਿਸੇ ਕਿਸਮ ਦੇ ਕਦੀ ਨਾਅਰੇਬਾਜ਼ੀ, ਕਦੇ ਇਲਜ਼ਾਮ ਲੱਗਦੇ ਨੇ, ਤੇ ਉਹ ਸਾਰੇ ਜਿਹੜੇ ਰਿਫਾਰਮਸ ਲਿਆਉਣੇ ਨੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲਵਾਂਗਾ। ਜੋ ਵੀ ਮੈਨੂੰ ਉਹਦਾ ਕੋਈ ਬੈਕਲੈਸ਼ ਜਾਂ ਕੋਈ ਵੀ ਉਹਦਾ ਭੁਗਤਣਾ ਪਏਗਾ, ਮੈਂ ਭੁਗਤਣ ਲਈ ਤਿਆਰ ਹਾਂ। ਪਰ ਇੱਕ ਗੱਲ ਤੁਹਾਡੇ ਮਾਧਿਅਮ ਨਾਲ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੇ ਸੁਧਾਰ ਨੇ ਉਹ ਬਹੁਤ ਜ਼ਰੂਰੀ ਨੇ। ਅੱਜ ਨਗਰ ਨਿਗਮ ਦੇ ਵਿੱਚ 16 ਟਰੱਕ ਡੰਪਰ ਪਲੇਸਰ ਇੱਦਾਂ ਦੇ ਚੱਲ ਰਹੇ ਸੀ ਜਿਨ੍ਹਾਂ ਦੀ ਲੋੜ ਨਹੀਂ ਸੀਗੀ, ਔਰ ਜਦੋਂ ਅਸੀਂ ਸਾਰੇ ਸ਼ਹਿਰ ਦਾ ਕੰਮ 10 ਵਾਰਡਾਂ ਸ਼ਹਿਰ ਦੀਆਂ ਨੂੰ ਛੱਡ ਕੇ ਵਰਲਡ ਸਿਟੀ ਦੀਆਂ ਨੂੰ ਇੱਕ ਕੰਪਨੀ ਨੂੰ ਦਿੱਤਾ, ਜਦੋਂ ਉਹ ਕੰਪਨੀ ਦੇ ਪ੍ਰਵਿਊ 'ਚ ਉੱਥੋਂ ਕੂੜਾ ਚੁੱਕਣਾ, ਉਹਦੇ ਵਿੱਚ ਇਹ 16 ਟਰੱਕ ਚਲਾਉਣ ਦਾ ਕੋਈ ਮਤਲਬ ਨਹੀਂ ਬਣਦਾ। ਔਰ ਅਪਰੋਕਸੀਮੇਟਲੀ 16 ਇਹ ਤੇ 3 ਵਹੀਕਲ ਹੋਰ ਨੇ, 19 ਤੋਂ 20 ਵਹੀਕਲ ਜਿਹੜੇ ਚੱਲ ਰਹੇ 1000 ਲੀਟਰ ਡੀਜ਼ਲ ਇੱਕ ਦਿਨ ਦਾ ਕੰਜ਼ਿਊਮ ਕਰ ਰਹੇ ਸੀ, ਜਿਹੜਾ ਕਿਤੇ ਵੀ ਕੰਮ ਨਹੀਂ ਕਰ ਰਹੇ। ਮੈਂ ਕਹਿਣ ਨੂੰ ਇਹ ਤਿਆਰ ਹਾਂ ਕਿ ਜਿਨ੍ਹਾਂ ਦਾ ਕੋਈ ਕੰਮ ਨਹੀਂ, ਫਾਲਤੂ ਬੜੇ ਸਿੱਧੇ ਤੌਰ ਤੇ ਉਹ ਚੋਰੀ ਹੋ ਰਹੀ ਸੀਗੀ।
ਔਰ ਉਹ ਜਿਹੜੇ ਅਫਸਰ ਵੀ ਉਹਦੀ ਕੋਈ ਇਨਕੁਆਇਰੀ ਕਰਦੇ ਸੀ ਉਹਨਾਂ ਦੇ ਉੱਤੇ ਬਹੁਤ ਸਾਰੇ ਇਦਾਂ ਦੇ ਐਲੀਗੇਸ਼ਨ ਲਾ ਕੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀਆਂ ਕਰਕੇ ਉਹਨਾਂ ਨੂੰ ਕੀਤਾ ਜਾਂਦਾ ਸੀ। ਮਤਲਬ 70-80 ਹਜ਼ਾਰ ਲੀਟਰ ਜਿਹੜਾ ਰੁਪਏ ਦਾ ਤੇਲ ਤੁਸੀਂ 30,000 ਲੀਟਰ ਇੱਕ ਮਹੀਨੇ ਦਾ, ਤੇ ਤੁਸੀਂ ਹਿਸਾਬ ਲਾ ਲਓ ਕਿ ਰੋਜ਼ ਦੀ ਹਾਂ ਉਹ 20 ਤੋਂ 24 ਲੱਖ ਰੁਪਏ ਦਾ ਨੁਕਸਾਨ, ਇੱਕ ਵਿੱਤੀ ਨੁਕਸਾਨ ਜਿਹੜਾ ਉਹ ਕਾਰਪੋਰੇਸ਼ਨ ਨੂੰ ਉੱਥੇ ਇੱਕ ਮਹੀਨੇ ਦਾ ਹੋ ਰਿਹਾ। ਅੱਜ ਸਾਡੀ 11 ਕਰੋੜ ਰੁਪਈਆ ਅਸੀਂ ਡੀਜ਼ਲ ਦੇ ਉੱਤੇ ਹੀ ਖਰਚ ਕਰ ਰਹੇ ਹਾਂ, ਜਿਹੜਾ ਇੱਕ ਕਿਤੇ ਵੀ ਜਸਟੀਫਾਈਡ ਨਹੀਂ ਗਾ। ਔਰ ਉਸ ਦੇ ਉੱਤੇ ਉਹਨੂੰ ਸਾਰੇ ਨੂੰ ਠੀਕ ਕਰਨਾ, ਜਿਹੜਾ ਉਹਦੇ ਨਾਲ ਯੂਨੀਅਨਸ ਨੂੰ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ, ਮੈਨੂੰ ਤਾਂ ਸਮਝ ਨਹੀਂ ਆਈ ਕਿ ਇਹਨਾਂ ਨੂੰ ਕਿਉਂ ਪ੍ਰੋਬਲਮ ਆਉਂਦੀ ਹੈ। ਇਹਨਾਂ ਦੀਆਂ ਜੇ ਅਸੀਂ ਕੋਈ ਨੌਕਰੀਆਂ ਤੋਂ ਕੱਢ ਰਹੇ ਹਾਂ, ਕੋਈ ਇਹਨਾਂ ਦੀ ਤਨਖਾਹ ਨਹੀਂ ਦੇ ਰਹੇ, ਕਰੋਨਾ ਕਾਲ ਦੇ ਵਿੱਚ ਜਾਂ ਹੋਰਾਂ ਸਾਰੇ ਡਿਪਾਰਟਮੈਂਟਾਂ ਦਾ ਬੁਰਾ ਹਾਲ ਰਿਹਾ। ਔਰ ਤੁਸੀਂ ਪਿਛਲੇ 5 ਸਾਲ ਵੀ ਵਹਿੰਦੇ ਰਹੇ ਜੇ ਕਿ ਲੋਕਾਂ ਨੂੰ ਇੱਥੇ ਸਾਡੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਸੀ ਮਿਲਦੀਆਂ, ਕੌਂਸਲਰਾਂ ਨੂੰ ਤਨਖਾਹਾਂ ਨਹੀਂ ਸੀ ਮਿਲਦੀਆਂ। ਅਸੀਂ ਤੇ ਕਰੋਨਾ ਕਾਲ ਦੇ ਵਿੱਚ ਵੀ ਇੱਕ ਵੀ ਤਨਖਾਹ ਕਦੀ ਲੇਟ ਨਹੀਂ ਹੋਣ ਦਿੱਤੀ। ਸੋ ਮੇਰੀ ਤੁਹਾਡੇ ਮਾਧਿਅਮ ਨਾਲ ਪਹਿਲਾਂ ਤੇ ਸਾਰੇ EMPLOYEES ਨੂੰ ਇਹ ਹੈ ਕਿ ਕਿਸੇ ਦੀ ਨਾ ਤਨਖਾਹ ਰੁਕੇਗੀ, ਨਾ ਕਿਸੇ ਬੰਦੇ ਨੂੰ ਅਸੀਂ ਕੰਮ ਤੋਂ ਹਟਾਵਾਂਗੇ। ਬਟ ਚੋਰੀ ਰੋਕਣ ਲਈ ਹਰ ਚੋਰੀ ਨਹੀਂ ਮੈਂ ਕਹਿ ਸਕਦਾ, ਪਰ ਇੱਕ ਜਿਹੜੀ ਮੈਨੇਜਮੈਂਟ ਹੈ ਉਹਨੂੰ ਠੀਕ ਕਰਾਂਗੇ। ਔਰ ਜਿਹੜਾ ਇਹ ਸਾਡਾ 24 ਲੱਖ ਰੁਪਏ ਦਾ ਇੱਕ ਹਰ ਮਹੀਨੇ ਦਾ ਨੁਕਸਾਨ ਹੋ ਰਿਹਾ ਉਹਨੂੰ ਅਸੀਂ ਜ਼ਰੂਰ ਰੋਕਾਂਗੇ। ਇਸ ਤੋਂ ਇਲਾਵਾ ONM ਡਿਪਾਰਟਮੈਂਟ ਸਾਡਾ, ਉਹਦੇ ਵਿੱਚ ਵੀ ਬਹੁਤ ਸਾਰਾ ਡੀਜ਼ਲ ਜਿੱਥੇ ਨਹੀਂ ਲੋਡ ਉੱਥੇ ਇਸ਼ੂ ਹੋ ਰਿਹਾ ਸੀਗਾ। ਇਹਦੀ ਪਹਿਲਾਂ ਵਿਜੀਲੈਂਸ ਜਾਂਚ ਵੀ ਵਿੱਚ ਅਧੂਰੀ ਆ, ਸਾਡੀਆਂ ਲੌਗ ਬੁੱਕਸ ਇਹ ਬਹੁਤ ਸਾਰਾ ਇੱਕ ਇਹ ਜਿਹੜੀ ਚੀਜ਼ ਸੀ ਇਹਨੂੰ ਰੈਕਟੀਫਾਈ ਕਰਨ ਦੀ ਲੋੜ ਸੀ, ਉਹ ਅਸੀਂ ਕਰਨਾ ਸ਼ੁਰੂ ਕੀਤਾ। ਉਹਦੇ ਉੱਤੇ ਕੋਈ 2-4 ਬੰਦਿਆਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਉਹ ਜਿੰਦਾਬਾਦ ਮੁਰਦਾਬਾਦ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਅਸੀਂ ਸ਼ਹਿਰ ਦੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਬਿਠਾਇਆ, ਉਸ ਚੀਜ਼ ਨੂੰ ਅਸੀਂ ਜ਼ਰੂਰ ਠੀਕ ਕਰਾਂਗੇ। ਅਸੀਂ ਮੁਲਾਜ਼ਮਾਂ ਦੇ ਹਿੱਤਾਂ ਦਾ ਵੀ ਧਿਆਨ ਰੱਖਾਂਗੇ, ਨਗਰ ਨਿਗਮ ਦੇ ਹਿੱਤਾਂ ਦਾ ਵੀ ਧਿਆਨ ਰੱਖਾਂਗੇ, ਔਰ ਸ਼ਹਿਰ ਦੀ ਸਫਾਈ ਔਰ ਲੋਕਾਂ ਦਾ ਵੀ ਧਿਆਨ ਰੱਖਾਂਗੇ। ਉਹਦੇ ਵਿੱਚ ਬਹੁਤ ਸਾਰੀਆਂ ਮਿਸਮੈਨੇਜਮੈਂਟ ਨੇ, ਬਹੁਤ ਸਾਰੇ ਉੱਥੇ ਅੱਜ ਜਿਹੜੇ ਸਾਡੇ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਸਰਟੀਫਾਈਡ ਡਰਾਈਵਰ ਦੀ ਜਗ੍ਹਾ ਤੇ ਉੱਥੇ ਸਵੀਪਰ ਜਾਂ ਕੋਈ ਹੋਰ ਲੋਕ ਚਲਾ ਰਹੇ ਨੇ, ਜਿਹੜਾ ਬੜਾ ਵੱਡਾ ਕ੍ਰਿਮੀਨਲ ਆਫੈਂਸ ਹੈ। ਇਹ ਸਾਰੀਆਂ ਚੀਜ਼ਾਂ ਉੱਥੇ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ। ਔਰ ਮੈਨੂੰ ਆਸ ਹੈ ਕਿ ਉਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਔਰ ਜੋ ਬਾਕੀ ਪੰਜਾਬ ਦੀਆਂ 13 ਕਾਰਪੋਰੇਸ਼ਨਾਂ ਦੇ ਵਿੱਚ ਕਾਨੂੰਨ ਲਾਗੂ ਉਹ ਇੱਥੇ ਵੀ ਹੋਏਗਾ। ਇੱਥੇ ਹੁਣ ਜੇ ਕਿਸੇ ਨੂੰ ਇਹ ਪ੍ਰੋਬਲਮ ਹੋਵੇ, ਸਰਕਾਰੀ ਮਹਿਕਮੇ ਦੇ ਵਿੱਚ ਕੋਈ ਵੀ ਚੀਜ਼ ਆਉਂਦੀ ਆ ਵੋਚਰ ਨਾਲ ਆਉਂਦੀ ਹੈ, ਕੋਈ ਵੀ ਚੀਜ਼ ਜਾਂਦੀ ਹੈ ਵੋਚਰ ਨਾਲ ਜਾਂਦੀ ਹੈ। ਜੇ ਹੁਣ ਉੱਥੇ ਇੰਡੈਂਟ ਕੱਟੇ ਤੋਂ ਬਿਨਾਂ ਡੀਜ਼ਲ ਪਵਾਵਾਂਗੇ ਜਾਂ ਇਦਾਂ ਦੀਆਂ ਗੱਲਾਂ ਨੇ, ਉਹ ਬੜੀਆਂ ਇੱਕ ਗੈਰ ਤੁਸੀਂ ਕਹਿ ਲਓ ਕਿ ਕਾਨੂੰਨੀ ਗੱਲਾਂ ਨੇ, ਉਹ ਹੋ ਹੀ ਨਹੀਂ ਸਕਦੀਆਂ। ਅਗਰ ਸਰ ਲਾਸਟ ਕੁਐਸਚਨ ਹੈ ਜੀ ਮੇਰਾ, ਇਲੀਗਲ ਬਿਲਡਿੰਗਸ, ਮੈਂ ਤੁਸੀਂ ਉਹ ਬਿਲਡਿੰਗਾਂ ਤਾਂ ਮੇਰੀਆਂ ਪੁੱਛੀਆਂ ਹੀ ਨਹੀਂ ਜਿਹੜੀਆਂ ਤੁਸੀਂ ਦੱਸਿਆ ਨਹੀਂ। ਹਾਂ, ਹੁਣ ਇੱਥੇ ਇਹ ਹੈ ਕਿ ਜਿਹੜਾ ਨਗਰ ਦਾ ਮੇਅਰ ਬਣਦਾ ਉਸ ਨੂੰ ਨਗਰ ਨਿਗਮ ਵੱਲੋਂ ਆਫਿਸ ਪ੍ਰੋਵਾਈਡ ਕੀਤਾ ਜਾਂਦਾ, ਕਾਰ ਪ੍ਰੋਵਾਈਡ ਕੀਤੀ ਜਾਂਦੀ, ਉਹਨੂੰ ਘਰ ਪ੍ਰੋਵਾਈਡ ਕੀਤਾ ਜਾਂਦਾ। ਉਹ ਮੇਰਾ ਕੌਨਸਟੀਟਿਊਸ਼ਨਲ ਹੱਕ ਆ। ਔਰ ਉਹ ਜਿੰਨੀਆਂ ਚੀਜ਼ਾਂ ਮੈਨੂੰ ਕੌਨਸਟੀਟਿਊਸ਼ਨ ਅਲਾਓ ਕਰਦਾ ਜਾਂ ਸਾਡਾ ਐਕਟ ਅਲਾਓ ਕਰਦਾ, ਉਨੀਆਂ ਹੀ ਮੈਂ ਲਈਆਂ। ਕੋਈ ਇੱਕ ਚੀਜ਼ ਵੀ ਵਾਧੂ ਮੈਂ ਕਿਤੇ ਮਿਸਯੂਜ਼ ਕਰ ਰਿਹਾ ਹੋਵਾਂ ਤੇ ਮੈਂ ਉਸ ਚੀਜ਼ ਦਾ ਗੁਨਾਹਗਾਰ ਹਾਂ। ਹੁਣ ਕਈ ਗੱਲਾਂ ਫਾਲਤੂ ਮੀਡੀਆ ਦੇ ਸਾਹਮਣੇ ਕਰੀ ਜਾਣੀਆਂ, ਉਹਨਾਂ ਨੂੰ ਪ੍ਰੂਵ ਕਰਨਾ, ਮੈਂ ਸੋਚ ਰਿਹਾ ਵਾਂ ਕਿ ਜੇ ਕੋਈ ਇੱਦਾਂ ਦੀਆਂ ਗੱਲਾਂ ਹੋਈਆਂ ਤੇ ਉਹਦਾ ਜੇ ਮੈਨੂੰ ਲੋੜ ਪਈ ਤੇ ਮੈਂ ਕੋਈ ਲੀਗਲ ਨੋਟਿਸ ਵੀ ਜ਼ਰੂਰ ਭੇਜਾਂਗਾ। ਔਰ ਮੀਡੀਆ ਨੂੰ ਵੀ ਮੇਰੀ ਅਪੀਲ ਹੈ ਕਿ ਬਿਨਾਂ ਵੈਰੀਫਾਈ ਕੀਤੇ ਤੋਂ ਕੋਈ ਵੀ ਜਿਹੜੀ ਖਬਰ ਚਲਾਉਣੀ ਆ ਉਹ ਵੀ ਇੱਕ ਜ਼ਿੰਮੇਵਾਰੀ ਦਾ ਇੱਕ ਸਬੂਤ ਦੇਣਾ ਚਾਹੀਦਾ। ਅੱਛਾ ਮੈਂ ਸਰ MTP ਡਿਪਾਰਟਮੈਂਟ ਵੱਲੋਂ ਦੇ ਬੜੇ ਆਰੋਪ ਲੱਗੇ, ਤੁਹਾਨੂੰ ਵੀ ਪਤਾ ਜੀ ਕਿ ਇੱਕ STP ਨੂੰ ਬਰਖਾਸਤ ਵੀ ਕਰ ਦਿੱਤਾ ਗਿਆ। ਇਹ ਕਿਆ ਰੀਜ਼ਨ ਹੈ ਕਿ ਇੱਕ ਸਿਰਫ MTP ਡਿਪਾਰਟਮੈਂਟ ਜਿਹੜਾ ਕਿ ਬਹੁਤ ਵੱਡਾ ਰੈਵਨਿਊ ਇੱਥੋਂ ਆ ਸਕਦਾ, ਇਲੀਗਲ ਕੰਸਟਰਕਸ਼ਨ ਦਾ ਬਹੁਤ ਵੱਡਾ ਮੁੱਦਾ ਹੈ, ਇਲੀਗਲ ਕਲੋਨੀਆਂ ਦਾ ਬਹੁਤ ਵੱਡਾ ਮੁੱਦਾ ਹੈ, ਇਹਦੇ ਤੇ ਲਗਾਮ ਕਿਉਂ ਨਹੀਂ ਕੱਸੀ ਜਾਂਦੀ? ਲਗਾਮ ਦੇਖੋ, ਜਦੋਂ ਤੁਸੀਂ ਪਿਛਲੇ 20-25 ਸਾਲ ਕਿਸੇ ਚੀਜ਼ ਤੇ ਕੰਟਰੋਲ ਹੀ ਨਹੀਂ ਕੀਤਾ, ਜਦੋਂ ਹੁਣ ਤੁਸੀਂ ਲਗਾਮ ਲਗਾਓਗੇ ਉਹਦੇ ਰੌਲੇ ਵੀ ਪੈਣਗੇ, ਪ੍ਰੋਬਲਮਸ ਵੀ ਹੋਣਗੇ। ਅੱਜ ਮੈਨੂੰ ਦੱਸੋ ਕਿ ਤੁਹਾਡਾ ਸ਼ਹਿਰ ਅੱਜ ਤੋਂ 20 ਸਾਲ 25 ਸਾਲ 30 ਸਾਲ ਪਹਿਲਾਂ ਕਿੰਨੀਆਂ ਕੁ ਬਿਲਡਿੰਗਾਂ ਜਿਹੜੀਆਂ ਨੇ ਉਹ ਪਲਾਨ ਨਾਲ ਬਣੀਆਂ, ਸੈਂਕਸ਼ਨ ਪਲਾਨ ਨਾਲ ਬਣੀਆਂ ਨੇ। ਜਦੋਂ ਦਾ ਮੈਂ ਬਣਿਆ 3 ਸਾਲ ਦਾ, ਅਸੀਂ ਆ ਕੇ ਸੈਂਕਸ਼ਨ ਪਲਾਨ ਨਾਲ ਇਹ ਬਣਾਉਣੀਆਂ ਚਾਲੂ ਕੀਤੀਆਂ। ਇਲੀਗਲ ਬਿਲਡਿੰਗਸ ਦੇ ਉੱਤੇ ਕਰਬ ਲਾਇਆ, ਉਹਦੇ ਨਾਲ ਰੌਲੇ ਵੀ ਪਏ ਨੇ, ਮੁਲਾਜ਼ਮ ਸਸਪੈਂਡ ਵੀ ਹੋਏ ਨੇ, ਟਰਮੀਨੇਟ ਵੀ ਹੋਏ ਨੇ। ਔਰ ਇਹਨਾਂ ਚੀਜ਼ਾਂ ਦੇ ਉੱਤੇ ਅੱਜ ਮੈਨੂੰ ਮਾਣ ਫਖਰ ਹੈ ਕਿ ਅੱਜ ਬਹੁਤ ਸੁਧਾਰ ਕੀਤਾ। ਪਿਛਲੀ ਸਰਕਾਰ ਦੇ ਵਿੱਚ 550 ਤੋਂ ਉੱਤੇ ਤੇ ਹੋਟਲ ਤੇ ਹੋਰ ਬਿਲਡਿੰਗ ਜਿਹੜੀਆਂ ਹਾਈ ਕੋਰਟ 'ਚ ਹੀ ਕੇਸ ਤੁਰੇ ਫਿਰਦੇ ਨੇ। ਸੋ ਅੱਜ ਸਾਨੂੰ ਜੇ ਕੋਈ ਇੱਕਾ ਦੁੱਕਾ ਕਿਤੇ ਕੋਈ ਘਰ ਬਣਾ ਰਿਹਾ, ਉਹਨੂੰ ਅਸੀਂ ਬਹੁਤਾ ਬੌਦਰ ਨਹੀਂ ਕਰਦੇ ਕਿ ਲੋਕਾਂ ਨੇ ਰਹਿਣਾ ਵਾ ਕੋਈ ਜੀ ਵਾਇਲੇਸ਼ਨ ਤੇ ਚਲੋ ਛੋਟੀ ਮੋਟੀ ਘਰਾਂ 'ਚ, ਪਰ ਕਮਰਸ਼ੀਅਲ ਬਿਲਡਿੰਗ ਦੇ ਉੱਤੇ ਸਾਡਾ ਫੋਕਸ ਹੈ। ਔਰ ਅਸੀਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਸੀਂ ਤੁਹਾਡੇ ਕੰਮ ਜਿਹੜੇ ਨੇ ਉਹ ਕਾਨੂੰਨੀ ਤੌਰ ਤੇ ਪਾਸ ਕਰਕੇ ਦੇਵਾਂਗੇ। ਕੋਈ ਵੀ ਇਲੀਗਲ
ਕੰਸਟਰਕਸ਼ਨ ਨਾ ਕਰੋ। ਉਹ ਤੁਹਾਡੀ ਸਾਰੀ ਉਮਰ ਵਾਸਤੇ ਉਹ ਗਲੇ ਤੇ ਤਲਵਾਰ ਹੀ ਲਟਕਣ ਵਾਲੀ ਗੱਲ ਹੈ। ਇਲੀਗਲ ਚੀਜ਼ ਨੇ ਇਲੀਗਲ ਰਹਿਣਾ। ਸੋ ਮੈਨੂੰ ਅੱਜ ਉਸ ਗੱਲ ਦਾ ਵੀ ਮਾਣ ਫਖਰ ਹੈ ਕਿ ਸਾਡੇ ਅਫਸਰ ਸਾਹਿਬਾਨਾਂ ਨੇ ਚੰਗੀ ਮਿਹਨਤ ਕੀਤੀ ਹੈ ਔਰ ਅਸੀਂ ਸ਼ਹਿਰ ਦੇ ਵਿੱਚ ਇੱਕ ਨਵੀਂ ਪ੍ਰਥਾ ਲੈ ਕੇ ਆਏ ਹਾਂ ਕਿ ਹੁਣ ਸਾਰੇ ਨਕਸ਼ੇ ਪਾਸ ਹੋ ਕੇ ਬਿਲਡਿੰਗਾਂ ਬਣਦੀਆਂ ਨੇ ਔਰ ਇਹਦੇ ਉੱਤੇ ਅਸੀਂ ਜ਼ਿਆਦਾ ਨਹੀਂ ਤੇ ਕੋਈ 90% ਅਸੀਂ ਅੱਜ ਕੰਟਰੋਲ ਕਰ ਲਿਆ। ਬਾਕੀ ਦਸਤੇ ਵੀ ਕੰਟਰੋਲ ਕਲਾ ਲੋਗੇ, ਬਿਲਕੁਲ ਹੋ ਜਾਏਗਾ। ਸਾਡੇ ਅਫਸਰ, ਅੱਜ ਮੈਨੂੰ ਮਾਣ ਫਖਰ ਹੈ ਕਿ ਸਾਡੇ ਅਫਸਰ ਬਹੁਤ ਸੰਜੀਦਗੀ ਨਾਲ ਇਹਦੇ ਉੱਤੇ ਕੰਮ ਕਰ ਰਹੇ ਨੇ। ਤੁਸੀਂ ਹੁਣ ਵੇਖਿਆ ਪਿਛਲੇ ਇਸ ਸਾਲ ਦੇ ਵਿੱਚ ਕਿੰਨਾ ਸੁਧਾਰ ਬਿਲਡਿੰਗ ਡਿਪਾਰਟਮੈਂਟ 'ਚ ਤੁਸੀਂ। ਅੱਛਾ, ਮੈਂ ਸਰ 2 ਸਾਲ ਤੁਹਾਡੇ ਰਹਿ ਗਏ ਨੇ, ਸਾਰੇ ਦਰਸ਼ਕਾਂ ਨੂੰ ਕੁਝ ਦੱਸਣਾ ਚਾਹੋ ਵੀ ਅਸੀਂ 2 ਸਾਲਾਂ 'ਚ ਫਿਰ ਤੁਸੀਂ ਕਿਆ ਜਿਹੜੇ ਕੰਮ ਰਹਿ ਗਏ ਅਸੀਂ ਕਿਸ ਤਰ੍ਹਾਂ ਪੂਰੇ ਕਰਾਂਗੇ? 2 ਸਾਲਾਂ 'ਚ ਵੇਖੋ, ਜਿੱਥੇ ਸਾਡਾ ਇੱਕ ਬੁਨਿਆਦੀ ਸਹੂਲਤਾਂ ਲੋਕਾਂ ਨੂੰ ਦੇਣੀਆਂ ਜ਼ਰੂਰੀ ਸੀਗੀਆਂ ਉਹ ਅਸੀਂ ਆਲਮੋਸਟ ਪੂਰੀਆਂ ਕਰ ਲੀਆਂ ਜਾਂ ਅਸੀਂ ਪਾਸ ਕਰ ਚੁੱਕੇ ਹੋ ਜਾਣਗੀਆਂ, ਉਹ ਪਾਈਪਲਾਈਨ 'ਚ ਬਣਦੇ ਪਏ ਨੇ। ਇਸ ਤੋਂ ਇਲਾਵਾ ਸਮਾਜ ਵਾਸਤੇ ਵੀ ਬਹੁਤ ਸਾਰੇ ਫੰਕਸ਼ਨ ਨੇ ਕਾਰਪੋਰੇਸ਼ਨ ਦੇ ਜਿਹੜੇ ਕਰਨੇ ਬੜੇ ਜ਼ਰੂਰੀ ਨੇ। ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਜ ਮੈਂ ਜਿਹੜੀ ਸਾਡੀ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਹੈ ਉਹਨੂੰ 1 ਕਰੋੜ ਰੁਪਏ ਦੀ ਅੱਜ ਹੀ ਅਨਾਊਂਸਮੈਂਟ ਕਰਕੇ ਆਇਆ ਕਿ ਉੱਥੇ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾਏਗਾ। ਜਿੱਦਾਂ ਸਾਡੇ ਸ਼ਹਿਰ ਦੇ ਵਿੱਚ ਚੰਗੇ ਬਾਗ ਨੇ, ਕੰਪਨੀ ਬਾਗ, 40 ਖੂਹ ਜਾਂ ਸਾਡਾ ਗੋਲ ਬਾਗ ਜਾਂ ਹੋਰ, ਉਹਨਾਂ ਵਾਸਤੇ ਅਸੀਂ ਹੁਣ ਬਹੁਤ ਸਾਰਾ ਸੁਧਾਰ ਇਹ 2 ਸਾਲਾਂ ਦੇ ਵਿੱਚ ਕਰਨ ਜਾ ਰਹੇ ਹਾਂ। ਇਨਵਾਇਰਨਮੈਂਟ ਨੂੰ ਲੈ ਕੇ ਲੋਕਾਂ ਨੂੰ ਜਿੱਥੇ ਸੁਚੇਤ ਕਰਾਂਗੇ ਉੱਥੇ ਸ਼ਹਿਰ ਦੇ ਵਿੱਚੋਂ ਪੋਲਿਊਸ਼ਨ ਦਾ ਪੱਧਰ ਘਟਾਉਣ ਦੇ ਲਈ, ਚਾਹੇ ਉਹ ਰੋਡ ਪੋਲਿਊਸ਼ਨ ਹੈ ਚਾਹੇ ਉਹ ਸਾਡਾ ਵਹੀਕੂਲਰ ਪੋਲਿਊਸ਼ਨ ਹੈ, ਉਹਦੇ ਉੱਤੇ ਸਾਰੇ ਕੰਮ ਕੀਤੇ ਜਾਣਗੇ ਔਰ ਸਮਾਜ ਦੇ ਵਿੱਚ ਚੰਗੀਆਂ ਰੀਤਾਂ ਜਿਹੜੀਆਂ ਉਹ ਪੈਦਾ ਕਰਾਂਗੇ। ਆ ਸਾਡੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ, ਨਸ਼ਿਆਂ ਤੋਂ ਦੂਰ ਕਰਨਾ, ਗ੍ਰੀਨਰੀ ਜਿਹੜੀ ਉਹ ਸਾਰੇ ਸ਼ਹਿਰ ਦੇ ਵਿੱਚ ਲੈ ਕੇ ਆਉਣੀ ਜਾਂ ਸ਼ਹਿਰ ਦੀ ਬਿਊਟੀਫਿਕੇਸ਼ਨ। ਪਹਿਲਾਂ ਅਸੀਂ ਬੁਨਿਆਦੀ ਸਹੂਲਤਾਂ ਕਰ ਲਈਆਂ, ਹੁਣ ਜਿਹੜੇ ਬਿਊਟੀਫਿਕੇਸ਼ਨ ਦੇ ਕੰਮ ਨੇ ਉਹ ਅਸੀਂ ਇਸ 2 ਸਾਲਾਂ ਦੇ ਵਿੱਚ ਕਰਾਂਗੇ ਔਰ ਇਹ ਬਹੁਤ ਹੀ ਪਵਿੱਤਰ ਨਗਰੀ ਆ ਔਰ ਸਾਡੀ ਕੋਸ਼ਿਸ਼ ਹੈ ਸਾਰਿਆਂ ਦੀ ਕਿ ਅਸੀਂ ਸਾਰੇ ਹੀ ਰਲ ਕੇ, ਸਾਡੇ ਅਫਸਰ ਸਾਹਿਬਾਨ, ਸਾਡੇ ਕੌਂਸਲਰ ਸਾਹਿਬਾਨ ਔਰ ਜਿੱਥੇ ਸਾਨੂੰ NGOs ਸ਼ਹਿਰ ਦੇ ਚੰਗੇ ਲੋਕਾਂ ਦੇ ਸਾਥ ਦੀ ਲੋੜ ਹੋਏਗੀ, ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਸ ਪਵਿੱਤਰ ਨਗਰੀ ਨੂੰ, ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਹਿੰਦੁਸਤਾਨ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਵਾਂਗੇ ਔਰ ਉਹਦੇ ਲਈ ਜਿਹੜਾ ਅਸੀਂ ਸੁਪਨਾ ਵੇਖਿਆ ਉਹ ਸਾਨੂੰ ਸਾਰੇ ਸਿਟੀਜ਼ਨ ਦੇ ਸਹਿਯੋਗ ਦੀ ਲੋੜ ਹੈ ਔਰ ਮੈਂ ਆਸ ਕਰਦਾ ਕਿ ਸਾਰੇ ਹੀ ਲੋਕ ਇਹ ਚੰਗੇ ਕੌਜ਼ ਦੇ ਲਈ ਸਾਡਾ ਸਾਥ ਦੇਣਗੇ ਔਰ ਅਸੀਂ ਆਪਣੇ ਸ਼ਹਿਰ ਨੂੰ ਇੱਕ ਹਿੰਦੁਸਤਾਨ ਦੇ ਨਕਸ਼ੇ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਦਰਸਾਵਾਂਗੇ। धन्यवाद हमारे साथ बात करने के लिए। ये थे मेयर करमजीत सिंह रिंटू, जिन्होंने बताया कि 3 सालों में उन्होंने क्या क्या किया, शहर को क्या क्या दिया और जो काम रह गए हैं ये 2 साल में कर देंगे। कहते हैं विकास तो कोई मुद्दा नहीं रहा, हर सड़क गली को बना दिया गया है। वैसे जो विपक्ष आरोप लगाता है, इनका ये भी कहना है विपक्ष का तो काम ही आरोप लगाना है। अमृतसर से D4 न्यूज़ के लिए दीपक भंडारी की खास रिपोर्ट।